ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਬੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਮੇਰੀ ਉਮਰ 33 ਸਾਲ ਸੀ। ਹੁਣ ਮੈਂ ਉਮਰ ਦੇ ਉਸ ਮੋੜ ਤੇ ਸੀ ਜਿੱਥੇ ਕੁੜੀਆਂ ਦੇ ਰਿਸ਼ਤੇ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਮਰ ਢਲ ਜਾਂਦੀ ਹੈ। ਇਸ ਤੋਂ ਬਾਅਦ ਲੋਕ ਔਰਤਾਂ ਨੂੰ ਬੇਕਾਰ ਸਮਝਣ ਲੱਗ ਜਾਂਦੇ ਹਨ। ਮੈਂ ਵੀ ਇਸੇ ਉਮਰ ਦੀ ਹੋ ਗਈ ਸੀ। ਹੁਣ ਮੈਂ ਕੋਈ ਵੀ ਰਿਸ਼ਤਾ ਸਵੀਕਾਰ ਕਰਨ ਬਾਰੇ ਸੋਚ ਰਹੀ ਸੀ, ਪਰ ਇੱਕ ਦਿਨ ਹੱਦ ਹੀ ਹੋ ਗਈ। ਮੇਰੀ ਮਾਂ ਮੇਰੇ ਕੋਲ ਆ ਕੇ ਕਹਿਣ ਲੱਗੀ, ਧੀਏ, ਤੇਰੇ ਲਈ ਮੁੰਡੇ ਦਾ ਰਿਸ਼ਤਾ ਆਇਆ ਹੈ। ਉਹ ਤੁਹਾਡੇ ਤੋਂ ਸਿਰਫ 1 ਸਾਲ ਵੱਡਾ ਹੈ, ਪਰ ਇਸ ਤੋਂ ਪਹਿਲਾਂ ਉਸ ਦਾ 3 ਵਾਰ ਤਲਾਕ ਹੋ ਚੁੱਕਾ ਹੈ। ਉਸ ਦੀਆਂ 3 ਪਤਨੀਆਂ ਨੇ ਉਸ ਨੂੰ ਛੱਡ ਦਿੱਤਾ। ਮਾਂ ਦੀਆਂ ਗੱਲਾਂ ਸੁਣ ਕੇ ਮੈਂ ਕੰਬਣ ਲੱਗੀ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੀ ਮਾਂ ਮੇਰੇ ਲਈ ਅਜਿਹਾ ਰਿਸ਼ਤਾ ਲਿਆਵੇਗੀ ਜਿਸ ਨੇ 3 ਵਾਰ ਵਿਆਹ ਕੀਤਾ ਹੋਵੇ ਅਤੇ ਇੱਕ ਵੀ ਪਤਨੀ ਉਸ ਕੋਲ ਨਾ ਰਹੀ ਹੋਵੇ, ਜਿਸ ਦਾ 3 ਵਾਰ ਤਲਾਕ ਹੋ ਚੁੱਕਾ ਹੋਵੇ। ਉਹ ਕੁੜੀ ਨੂੰ ਖੁਸ਼ ਕਿਵੇਂ ਰੱਖ ਸਕਦਾ ਹੈ? ਉਸ ਨੂੰ ਤਲਾਕ ਦੀ ਆਦਤ ਪੈ ਗਈ ਹੋਵੇਗੀ। ਪਰ ਫਿਰ ਅਗਲੇ ਹੀ ਪਲ ਮੇਰੀ ਮਾਂ ਨੇ ਇੱਕ ਅਜੀਬ ਗੱਲ ਕਹੀ। ਤੁਸੀਂ ਪੁੱਛੋਗੇ ਨਹੀਂ ਤਲਾਕ ਦੇ ਪਿੱਛੇ ਕੀ ਕਾਰਨ ਸਨ? ਮੈਂ ਕੁਝ ਨਹੀਂ ਕਿਹਾ, ਬਸ ਮਾਂ ਵੱਲ ਦੇਖਣ ਲੱਗੀ। ਮੇਰੀ ਮਾਂ ਆਪ ਹੀ ਦੱਸਣ ਲੱਗ ਪਈ ਸੀ ਕਿ ਇੱਕ ਹੀ ਮੁੰਡਾ ਹੈ, ਉਸ ਦੇ ਮਾਂ ਨਹੀਂ ਹੈ, ਕੋਈ ਭੈਣ ਨਹੀਂ ਹੈ, ਇੱਕ ਬੁੱਢਾ ਪਿਤਾ ਹੈ ਜਿਸ ਦੀ ਉਮਰ 60 ਸਾਲ ਹੈ। ਉਹ ਹਮੇਸ਼ਾ ਆਪਣੇ ਪੁੱਤਰ ਦਾ ਭਲਾ ਸੋਚਦਾ ਹੈ, ਪਰ ਜਦੋਂ ਵੀ ਕੋਈ ਕੁੜੀ ਉਸ ਦੇ ਘਰ ਆਉਂਦੀ ਹੈ ਅਤੇ ਤਲਾਕ ਲੈ ਕੇ ਚਲੀ ਜਾਂਦੀ ਹੈ ਤਾਂ ਉਸ ਨੂੰ ਤਰਸ ਆਉਂਦਾ ਹੈ। ਉਸ ਦੇ ਪਿਤਾ ਦੀ ਜ਼ਿੰਦਗੀ ਵੀ ਕਿੰਨੀ ਕੁ ਬਾਕੀ ਹੈ, ਉਸ ਦਾ ਪੁੱਤਰ ਵੀ ਕੀ ਕਰੇ? ਆਪਣੀ ਮਾਂ ਅਤੇ ਭੈਣਾਂ ਨੂੰ ਗਵਾਉਣ ਤੋਂ ਬਾਅਦ ਉਹ ਆਪਣੇ ਪਿਤਾ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਸੁਣ ਸਕਦਾ। ਇਸ ਕਾਰਨ ਜਦੋਂ ਉਸ ਦੀਆਂ ਪਤਨੀਆਂ ਉਸ ਦੇ ਪਿਤਾ ਤੇ ਇਲਜ਼ਾਮ ਲਾਉਂਦੀਆਂ ਹਨ ਤਾਂ ਉਹ ਉਹਨਾਂ ਨੂੰ ਤਲਾਕ ਦੇ ਕੇ ਘਰੋਂ ਕੱਢ ਦਿੰਦਾ ਹੈ। ਮੈਂ ਕਹਿੰਦੀ ਕਿ ਜੇ ਤੁਸੀਂ ਉਸ ਦੇ ਪਿਤਾ ਦਾ ਧਿਆਨ ਰੱਖੋ, ਉਸ ਦੀ ਸੇਵਾ ਕਰੋ, ਉਸ ਦਾ ਦਿਲ ਜਿੱਤ ਲਓ, ਤਾਂ ਫਿਰ ਕਦੇ ਵੀ ਕੋਈ ਸਮੱਸਿਆ ਨਹੀਂ ਹੋਵੇਗੀ। ਤੂੰ ਬਹੁਤ ਚੰਗੀ ਹੈ, ਤੁਸੀਂ ਆਪਣੇ ਪਿਤਾ ਦਾ ਵੀ ਧਿਆਨ ਰੱਖਿਆ ਹੈ। ਜੇਕਰ ਤੁਸੀਂ ਉਸ ਆਦਮੀ ਨੂੰ ਆਪਣਾ ਪਿਤਾ ਸਮਝ ਕੇ ਉਸ ਦੀ ਸੇਵਾ ਕਰੋ ਤਾਂ ਤੁਹਾਡਾ ਵਿਆਹੁਤਾ ਜੀਵਨ ਚੰਗਾ ਨਿਕਲ ਸਕਦਾ ਹੈ। ਧੀਏ, ਹੁਣ ਤੇਰੇ ਲਈ ਕੋਈ ਰਿਸ਼ਤਾ ਵੀ ਨਹੀਂ ਆਉਂਦਾ। ਮਾਂ ਦੀ ਇਹ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ ਕਿ ਇੰਨੇ ਤਲਾਕਾਂ ਦਾ ਕਾਰਨ ਉਸ ਦਾ ਪਿਤਾ ਕਿਵੇਂ ਹੋ ਸਕਦਾ ਹੈ। ਜੇ ਇਹ ਇਲਜ਼ਾਮ ਸੱਸ ਤੇ ਹੁੰਦਾ ਤਾਂ ਮੈਂ ਮੰਨ ਵੀ ਲੈਂਦੀ, ਪਰ ਮੈਨੂੰ ਸਹੁਰੇ ਦੀ ਗੱਲ ਹਜ਼ਮ ਨਾ ਹੋ ਸਕੀ। ਫਿਰ ਮੈਂ ਸੋਚਿਆ ਸ਼ਾਇਦ ਅੱਜ ਕੱਲ੍ਹ ਦੀਆਂ ਕੁੜੀਆਂ ਵਿੱਚ ਸਹਿਣਸ਼ੀਲਤਾ ਘੱਟ ਹੈ, ਇਸ ਲਈ ਉਹ ਉਸ ਦੇ ਪਿਤਾ ਤੋਂ ਪਰੇਸ਼ਾਨ ਹੋ ਗਈਆਂ ਹੋਣਗੀਆਂ। ਘਰ ਵਿੱਚ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਹੋ ਸਕਦਾ ਹੈ ਨਿੱਕੀ ਜਿਹੀ ਗੱਲ ਤੋਂ ਹੰਗਾਮਾ ਕਰਕੇ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੋਵੇ, ਪਰ ਜਿੰਨੀ ਛੋਟੀ ਗੱਲ ਮੈਂ ਸਮਝਦੀ ਸੀ, ਇਹ ਕਿਸੇ ਵੀ ਤਰ੍ਹਾਂ ਇੰਨੀ ਛੋਟੀ ਨਹੀਂ ਸੀ। ਮੈਨੂੰ ਕੀ ਪਤਾ ਸੀ ਕਿ ਮੈਂ ਅੱਗ ਦੇ ਦਰਿਆ ਵਿੱਚ ਛਾਲ ਮਾਰਨ ਜਾ ਰਹੀ ਹਾਂ ਅਤੇ ਜਿਸ ਤੋਂ ਮੈਂ ਆਪਣੇ ਆਪ ਨੂੰ ਅਤੇ ਆਪਣੇ ਘਰ ਨੂੰ ਵੀ ਬਚਾਉਣਾ ਹੈ। ਮੇਰਾ ਅਜੇ ਤੱਕ ਵਿਆਹ ਨਾ ਹੋਣ ਦੇ ਪਿੱਛੇ 2 ਕਾਰਨ ਸਨ। ਇੱਕ ਤਾਂ ਅਸੀਂ ਗਰੀਬ ਸੀ, ਪੂਰਾ ਦਾਜ ਦੇ ਕੇ ਮੁੰਡਿਆਂ ਦਾ ਮੂੰਹ ਬੰਦ ਨਹੀਂ ਕਰ ਸਕਦੇ ਸੀ, ਤੇ ਦੂਜਾ ਮੈਂ ਮਾਮੂਲੀ ਦਿਖਣ ਵਾਲੀ ਕੁੜੀ ਸੀ। ਮੈਂ ਪੜ੍ਹੀ ਲਿਖੀ ਤਾਂ ਸੀ, ਪਰ ਬਹੁਤੀ ਸੋਹਣੀ ਨਹੀਂ ਸੀ। ਰੰਗ ਸਾਂਵਲਾ ਸੀ, ਮੇਰੇ ਨੈਣ ਨਕਸ਼ੇ ਬਹੁਤ ਤਿੱਖੇ ਸਨ, ਵੱਡੀਆਂ ਅੱਖਾਂ, ਤਿੱਖਾ ਨੱਕ, ਲੰਬੇ ਕਾਲੇ ਵਾਲ, ਜਿਨ੍ਹਾਂ ਨਾਲ ਮੈਂ ਸੋਹਣੀ ਲੱਗਦੀ ਸੀ। ਪਰ ਜੋ ਵੀ ਮੇਰੇ ਲਈ ਰਿਸ਼ਤਾ ਆਉਂਦਾ ਤਾਂ ਉਹ ਆਖਦੇ ਸੀ ਕਿ ਕੁੜੀ ਤਾਂ ਗੋਰੀ ਹੋਣੀ ਚਾਹੀਦੀ ਹੈ। ਇਹੀ ਕਰਕੇ ਮੇਰਾ ਰਿਸ਼ਤਾ ਨਹੀਂ ਹੁੰਦਾ ਸੀ। ਪਰ ਮੈਂ ਆਪਣੀ ਮਾਂ ਦੇ ਸਾਹਮਣੇ ਆਪਣੇ ਹੋਣ ਵਾਲੇ ਪਤੀ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਮੈਂ ਆਪਣੀ ਮਾਂ ਨੂੰ ਕਿਹਾ ਕਿ ਘੱਟੋ ਘੱਟ ਇੱਕ ਵਾਰ ਉਸ ਲੜਕੇ ਨੂੰ ਮਿਲ ਤਾਂ ਲਵਾਂ। ਉਸ ਲੜਕੇ ਨੂੰ ਮਿਲਣ ਤੋਂ ਬਾਅਦ ਮੈਂ ਉਸ ਦੀ ਸ਼ਖਸੀਅਤ ਦੀ ਜਾਂਚ ਕਰਨੀ ਚਾਹੁੰਦੀ ਹਾਂ। ਇਹ ਜਾਣਨਾ ਚਾਹੁੰਦੀ ਹਾਂ ਕਿ ਉਹ ਚੰਗਾ ਇਨਸਾਨ ਹੈ ਜਾਂ ਨਹੀਂ, ਮੈਂ ਉਸ ਦੇ ਨਾਲ ਰਹਿ ਸਕਦੀ ਹਾਂ ਜਾਂ ਨਹੀਂ। ਮੇਰੀ ਗੱਲ ਸੁਣ ਕੇ ਮਾਂ ਨੇ ਕਿਹਾ, ਨਾ ਧੀਏ, ਉਸ ਦੇ ਪਿਤਾ ਨਹੀਂ ਮੰਨਦੇ। ਉਸ ਦੇ ਪਿਤਾ ਪੁਰਾਣੇ ਵਿਚਾਰਾਂ ਦੇ ਹਨ। ਜੇਕਰ ਤੁਸੀਂ ਮੁੰਡੇ ਨੂੰ ਮਿਲਣਾ ਚਾਹੁੰਦੇ ਹੋ ਤਾਂ ਕੱਲਾ ਮੁੰਡਾ ਅਤੇ ਮੁੰਡੇ ਦਾ ਪਿਤਾ ਦੋਵੇਂ ਆ ਰਹੇ ਹਨ। ਜੇਕਰ ਗੱਲ ਕਰਨੀ ਹੋਵੇ ਤਾਂ ਉਸ ਸਮੇਂ ਕਰੋ, ਪਰ ਮੈਂ ਤੁਹਾਨੂੰ ਇਹ ਇਜਾਜ਼ਤ ਬਿਲਕੁਲ ਨਹੀਂ ਦਿਆਂਗੀ ਕਿ ਤੁਸੀਂ ਮੁੰਡੇ ਨੂੰ ਇਕੱਲੇ ਮਿਲੋ। ਮੈਂ ਮੁੰਡੇ ਦੇ ਪਿਤਾ ਨੂੰ ਕਿਵੇਂ ਕਹਿ ਸਕਦੀ ਹਾਂ ਕਿ ਮੇਰੀ ਕੁੜੀ ਤੁਹਾਡੇ ਮੁੰਡੇ ਨੂੰ ਇਕੱਲੇ ਮਿਲਣਾ ਚਾਹੁੰਦੀ ਹੈ?
ਇਹ ਗੱਲਾਂ ਮੁੰਡਿਆਂ ਲਈ ਠੀਕ ਲੱਗਦੀਆਂ ਹਨ ਪਰ ਕੁੜੀਆਂ ਲਈ ਨਹੀਂ। ਮਾਂ ਦੀ ਗੱਲ ਸੁਣ ਕੇ ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ, ਪਹਿਲਾਂ ਸਮੇਂ ਵਿੱਚ ਮੁੰਡੇ ਕੁੜੀਆਂ ਵਿੱਚ ਵਿਤਕਰਾ ਹੁੰਦਾ ਸੀ, ਹੁਣ ਮੁੰਡੇ ਅਤੇ ਕੁੜੀਆਂ ਨੂੰ ਬਰਾਬਰ ਅਧਿਕਾਰ ਹਨ। ਦੋਵਾਂ ਨੂੰ ਆਪਣੀ ਪਸੰਦ ਦਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ। ਅਗਲੇ ਦਿਨ ਸ਼ਾਮ ਨੂੰ 5 ਵਜੇ ਉਹ ਸਾਡੇ ਘਰ ਆ ਗਏ। ਮੈਂ ਉਸ ਮੁੰਡੇ ਦੇ ਪਿਤਾ ਨੂੰ ਦੇਖ ਕੇ ਹੈਰਾਨ ਰਹਿ ਗਈ, ਜਿਸ ਨੂੰ ਮੇਰੀ ਮਾਂ ਨੇ 60 ਸਾਲਾਂ ਦਾ ਆਦਮੀ ਕਿਹਾ ਸੀ। ਉਹ 40 ਤੋਂ 50 ਸਾਲ ਦੇ ਲੱਗ ਰਹੇ ਸੀ। ਲੱਗਦਾ ਸੀ ਕਿ ਪਿਓ ਪੁੱਤ ਨਹੀਂ, ਦੋਵੇਂ ਛੋਟਾ ਅਤੇ ਵੱਡਾ ਭਰਾ ਹਨ। ਮੈਨੂੰ ਉਸ ਦਾ ਪਿਤਾ ਬਿਲਕੁਲ ਵੀ ਬੁਰਾ ਆਦਮੀ ਨਹੀਂ ਲੱਗ ਰਿਹਾ ਸੀ। ਉਹ ਬਹੁਤ ਹੀ ਤੇਜ਼ ਅੱਖਾਂ ਨਾਲ ਸਾਡੇ ਸਾਰੇ ਘਰ ਦਾ ਜਾਇਜ਼ਾ ਲੈਣ ਲੱਗਾ ਹੋਇਆ ਸੀ। ਉਸ ਦਾ ਪੁੱਤਰ ਘੱਟ ਤੇ ਉਹ ਇੱਧਰ ਉੱਧਰ ਨਜ਼ਰ ਘੁਮਾ ਕੇ ਇਉਂ ਦੇਖ ਰਿਹਾ ਸੀ ਜਿਵੇਂ ਰਿਸ਼ਤਾ ਉਸ ਨਾਲ ਹੋ ਰਿਹਾ ਹੋਵੇ। ਹੁਣ ਮੈਂ ਕੋਈ ਇਤਰਾਜ਼ ਨਹੀਂ ਕਰ ਸਕਦੀ ਸੀ, ਨਹੀਂ ਤਾਂ ਮੇਰੀ ਮਾਂ ਆਖਦੀ ਕਿ ਤੈਨੂੰ ਤਾਂ ਹਰ ਵੇਲੇ ਨਖਰੇ ਹੀ ਆਉਂਦੇ ਨੇ। ਮੇਰੇ ਸਹੁਰੇ ਨੇ ਜਾਂਦੇ ਸਮੇਂ ਮੇਰੀ ਝੋਲੀ ਵਿੱਚ 10,000 ਰੁਪਏ ਰੱਖੇ ਸਨ। ਮੈਨੂੰ ਆਪਣੇ ਸਹੁਰੇ ਦੀ ਇਹ ਹਰਕਤ ਬੜੀ ਅਜੀਬ ਲੱਗੀ। ਮੇਰੇ ਹੋਣ ਵਾਲੇ ਸਹੁਰੇ ਨੇ ਮੇਰੇ ਸਿਰ ਤੇ ਹੱਥ ਰੱਖਿਆ। ਅੱਜ ਤੋਂ ਤੂੰ ਸਾਡੀ ਹੈ ਧੀਏ, ਮੈਂ ਆ ਕੇ ਤੈਨੂੰ ਲੈ ਜਾਵਾਂਗਾ। ਮੇਰੇ ਬੇਟੇ ਨੂੰ ਪਤਨੀ ਦੀ ਲੋੜ ਹੈ ਅਤੇ ਮੈਂ ਵੀ ਘਰ ਵਿੱਚ ਇਕੱਲਾ ਬੋਰ ਹੋ ਗਿਆ ਹਾਂ। ਉਹ ਆਦਮੀ ਬਹੁਤ ਨਰਮੀ ਨਾਲ ਗੱਲ ਕਰ ਰਿਹਾ ਸੀ। ਸੋਚਿਆ ਨਹੀਂ ਸੀ ਕਿ ਇਸ ਕਾਰਨ ਕੋਈ ਤਲਾਕ ਲੈ ਸਕਦਾ ਹੈ। ਉਹ ਵੀ ਇੱਕ ਅਜੇ ਵਿਅਕਤੀ ਤੋਂ ਜੋ ਬਹੁਤ ਹੁਸ਼ਿਆਰ, ਸੁੰਦਰ ਅਤੇ ਬਹੁਤ ਅਮੀਰ ਸੀ। ਪਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਜੇਕਰ ਇਸ ਬੁੱਢੇ ਨੇ ਮੇਰੇ ਨਾਲ ਦੁਰਵਿਹਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਚੁੱਪ ਨਹੀਂ ਰਹਾਂਗੀ। ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਰੱਖੋ। ਮੇਰੀ ਮਾਂ ਕਹਿਣ ਲੱਗੀ, ਤੁਸੀਂ ਇਹ ਗੱਲ ਵੀ ਆਪਣੇ ਦਿਮਾਗ ਵਿੱਚ ਰੱਖੋ ਕਿ ਤੁਸੀਂ ਆਪਣੇ ਪਿਤਾ ਵਾਂਗ ਆਪਣੇ ਸਹੁਰੇ ਦੀ ਇੱਜ਼ਤ ਕਰਨੀ ਹੈ। ਜੇ ਤੁਸੀਂ ਬਿਨਾਂ ਕਿਸੇ ਠੋਸ ਕਾਰਨ ਤੋਂ ਸਹੁਰੇ ਨਾਲ ਲੜਦੇ ਹੋ ਜਾਂ ਘਰ ਛੱਡ ਕੇ ਇੱਥੇ ਆ ਜਾਂਦੇ ਹੋ ਤਾਂ ਇਸ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਲਈ ਬੰਦ ਹਨ। ਅਗਲੇ ਦਿਨ ਮੇਰੀ ਇੱਕ ਦੋਸਤ ਮੀਨਾ ਨੇ ਮੈਨੂੰ ਦੱਸਿਆ ਕਿ ਮੈਂ ਇਹਨਾਂ ਲੋਕਾਂ ਨੂੰ ਜਾਣਦੀ ਹਾਂ। ਇਹਨਾਂ ਲੋਕਾਂ ਬਾਰੇ ਜੋ ਗੱਲਾਂ ਮਸ਼ਹੂਰ ਹਨ ਉਹ ਚੰਗੀਆਂ ਨਹੀਂ ਹਨ। ਮੈਂ ਸੁਣਿਆ ਹੈ ਇਹ ਧੋਖੇਬਾਜ਼ ਲੋਕ ਹਨ ਅਤੇ ਲੜਕੇ ਦਾ ਪਿਤਾ ਬਹੁਤ ਅਯਾਸ਼ ਹੈ। ਮੈਂ ਮੀਨਾ ਨੂੰ ਪੁੱਛਿਆ, ਪਰ ਤੂੰ ਉਹਨਾਂ ਲੋਕਾਂ ਨੂੰ ਕਦੋਂ ਦੇਖਿਆ? ਕੱਲ ਜਦੋਂ ਉਹ ਤੁਹਾਡੇ ਘਰੋਂ ਨਿਕਲ ਰਹੇ ਸੀ। ਮੈਂ ਤੁਹਾਡੇ ਘਰ ਦੇ ਸਾਹਮਣੇ ਤੋਂ ਲੰਘ ਰਹੀ ਸੀ ਤਾਂ ਮੈਂ ਉਸ ਨੂੰ ਦੇਖਿਆ ਤੇ ਦੇਖਣ ਸਾਰ ਹੀ ਪਛਾਣ ਲਿਆ। ਇਹ ਉਹੀ ਮੁੰਡਾ ਹੈ ਜਿਸ ਨੇ ਆਪਣੀਆਂ 3 ਪਤਨੀਆਂ ਨੂੰ ਤਲਾਕ ਦੇ ਦਿੱਤਾ ਹੈ। ਉਸ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੇਰੇ ਹੋਣ ਵਾਲੇ ਪਤੀ ਆਪਣੇ 3 ਤਲਾਕ ਲਈ ਜਾਣੇ ਜਾਂਦੇ ਹਨ। ਫਿਰ ਉਸ ਨੇ ਕਿਹਾ, ਮੈਨੂੰ ਪਤਾ ਹੈ ਕਿ ਤੁਹਾਡੇ ਹੋਣ ਵਾਲੇ ਪਤੀ ਦਾ ਤੁਹਾਡੇ ਸਹੁਰੇ ਕਾਰਨ ਤਲਾਕ ਹੋ ਗਿਆ ਹੈ। ਮੈਂ ਅੰਦਰੋਂ ਡਰ ਗਈ। ਮੈਂ ਮੀਨਾ ਨੂੰ ਕਿਹਾ, ਤੈਨੂੰ ਪਤਾ ਹੈ ਕਿ ਮੇਰੇ ਹੋਣ ਵਾਲੇ ਪਤੀ ਦਾ 3 ਵਾਰ ਤਲਾਕ ਕਿਉਂ ਹੋਇਆ ਹੈ? ਮੀਨਾ ਕਹਿਣ ਲੱਗੀ, ਮੈਂ ਪਤਾ ਲਗਾਵਾਂਗੀ ਅਤੇ ਤੁਹਾਨੂੰ ਦੱਸਾਂਗੀ, ਪਰ ਯਕੀਨਨ ਹੈ ਬੁੱਢਾ ਆਦਮੀ ਠਰਕੀ ਹੈ। ਉਸ ਤੇ ਅਜਿਹੀਆਂ ਹਰਕਤਾਂ ਕੀਤੀਆਂ ਹੋਣਗੀਆਂ ਕਿ ਉਸ ਦੀਆਂ ਨੂੰਹਾਂ ਤਲਾਕ ਲੈ ਕੇ ਚਲੀਆਂ ਗਈਆਂ। ਤੁਸੀਂ ਹੀ ਸੋਚੋ, ਘਰ ਵਿੱਚ ਸਿਰਫ ਇਹ ਬਜ਼ੁਰਗ ਅਤੇ ਉਸ ਦਾ ਪੁੱਤਰ ਹਨ। ਉਹ ਆਪਣੇ ਬੇਟੇ ਦਾ ਵਿਆਹ ਕਰਵਾਉਣ ਵਿੱਚ ਰੁੱਝਿਆ ਹੋਇਆ ਹੈ। ਉਹ ਆਪ ਬੁੱਢਾ ਕਿਧਰੋਂ ਵੀ ਨਹੀਂ ਲੱਗਦਾ। ਉਹ ਖੁਦ ਜ਼ਬਾਨ ਲੱਗ ਰਿਹਾ ਹੈ। ਜੇ ਉਹ ਚਾਹੇ ਤਾਂ ਆਪਣਾ ਵੀ ਵਿਆਹ ਕਰਵਾ ਸਕਦਾ ਹੈ। ਉਸ ਦੀਆਂ ਵੀ ਤਾਂ ਕੋਈ ਇੱਛਾਵਾਂ ਜ਼ਰੂਰ ਹੋਣਗੀਆਂ। ਉਹ ਇੱਕ ਚੰਗੇ ਨੌਜਵਾਨ ਵਰਗਾ ਲੱਗਦਾ ਹੈ। ਮੀਨਾ ਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਉਲਝਣ ਪੈਦਾ ਹੋ ਗਈ। ਯਕੀਨਨ ਤੌਰ ਤੇ ਕੁਝ ਗਲਤ ਸੀ ਜੋ ਮੇਰੀ ਮਾਂ ਮੇਰੇ ਤੋਂ ਛੁਪਾ ਰਹੀ ਸੀ ਅਤੇ ਮੇਰੇ ਹੋਣ ਵਾਲਾ ਸਹੁਰਾ ਅਤੇ ਮੇਰਾ ਹੋਣ ਵਾਲਾ ਪਤੀ ਵੀ ਨਿਸ਼ਚਿੰਤ ਤੌਰ ਤੇ ਇੱਕ ਦੂਜੇ ਤੋਂ ਕੁਝ ਨਾ ਕੁਝ ਛੁਪਾ ਰਹੇ ਸਨ। ਜਦੋਂ ਮੈਂ ਇਹ ਗੱਲਾਂ ਆਪਣੀ ਮਾਂ ਨੂੰ ਦੱਸੀਆਂ ਤਾਂ ਮੇਰੀ ਮਾਂ ਕਹਿਣ ਲੱਗੀ, ਰੱਬ ਤੋਂ ਡਰੋ ਕੁੜੀਓ, ਬੁਢਾਪਾ ਤੁਹਾਡੇ ਤੇ ਵੀ ਆਉਣਾ ਹੈ ਤੇ ਤੁਹਾਡੇ ਮਾਂ-ਬਾਪ ਤੇ ਵੀ। ਬੁਢਾਪੇ ਕਾਰਨ ਤੁਸੀਂ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦੇ। ਸਾਡੇ ਜ਼ਮਾਨੇ ਵਿੱਚ ਕੁੜੀਆਂ ਬਹੁਤ ਸਮਝਦਾਰ ਹੁੰਦੀਆਂ ਸਨ, ਪਰ ਅੱਜ ਦੀਆਂ ਕੁੜੀਆਂ ਕੋਲ ਤਾਂ ਅਕਲ ਹੀ ਨਹੀਂ ਹੈ। ਉਹ ਨਿੱਕੀਆਂ-ਨਿੱਕੀਆਂ ਗੱਲਾਂ ਤੇ ਆਪਣਾ ਘਰ ਖਰਾਬ ਕਰ ਲੈਂਦੀਆਂ ਹਨ। ਮੇਰੀ ਮਾਂ ਨੇ ਮੀਨਾ ਨੂੰ ਵੀ ਝਿੜਕਿਆ। ਮੇਰੀ ਮਾਂ ਚਲੀ ਗਈ ਤਾਂ ਮੀਨਾ ਕਹਿਣ ਲੱਗੀ, ਸੁਣੋ ਅੰਜਨਾ, ਅਜਿਹਾ ਕਰੋ, ਤੁਸੀਂ ਆਪਣੇ ਪਤੀ ਨਾਲ ਹੀ ਸਾਰੀ ਗੱਲ ਕਿਉਂ ਨਹੀਂ ਕਰ ਲੈਂਦੇ? ਵਿਆਹ ਤੋਂ ਪਹਿਲਾਂ ਸਭ ਕੁਝ ਸਾਫ਼ ਕਰ ਲਿਆ ਜਾਵੇ ਤਾਂ ਚੰਗਾ ਹੈ। ਘੱਟੋ ਘੱਟ ਆਪਣੇ ਪਤੀ ਨੂੰ ਪੁੱਛੋ ਕਿ ਉਹ ਪਹਿਲਾਂ 3 ਵਾਰ ਤਲਾਕ ਕਿਉਂ ਲੈ ਚੁੱਕਾ ਹੈ। ਮੈਂ ਮੀਨਾ ਨੂੰ ਦੱਸਿਆ ਕਿ ਮੇਰੀ ਮਾਂ ਨੇ ਸਾਫ਼ ਇਨਕਾਰ ਕਰ ਦਿੱਤਾ ਹੈ
ਕਿ ਮੈਂ ਵਿਆਹ ਤੋਂ ਪਹਿਲਾਂ ਲੜਕੇ ਨੂੰ ਨਹੀਂ ਮਿਲ ਸਕਦੀ। ਮੀਨਾ ਨੇ ਕਿਹਾ, ਫਿਰ ਵਿਆਹ ਦੀ ਪਹਿਲੀ ਰਾਤ ਹੀ ਇਹ ਸਭ ਕੁਝ ਸਾਫ਼ ਕਰ ਲੈਣਾ, ਕਿਉਂਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਉਸ ਲੜਕੇ ਨਾਲ ਬਿਤਾਉਣੀ ਹੈ। ਜੇਕਰ ਕੁਝ ਗਲਤ ਹੋ ਜਾਵੇ ਤਾਂ ਸਾਰੇ ਰਿਸ਼ਤੇ ਖਤਮ ਕਰਕੇ ਆਪਣੇ ਘਰ ਵਾਪਸ ਆ ਜਾਣਾ। ਸਾਰੀ ਉਮਰ ਨਰਕ ਵਿੱਚ ਕੱਟਣ ਨਾਲੋਂ ਥੋੜੀ ਬਦਨਾਮੀ ਚੰਗੀ ਹੈ। ਹੁਣ ਮੀਨਾ ਦੀਆਂ ਗੱਲਾਂ ਸੁਣ ਕੇ ਮੈਨੂੰ ਡਰ ਲੱਗ ਰਿਹਾ ਸੀ। ਹੁਣ ਮੈਂ ਵਿਆਹ ਲਈ ਵੀ ਨਾ ਨਹੀਂ ਕਰ ਸਕਦੀ ਸੀ, ਕਿਉਂਕਿ ਕਾਰਡ ਵੀ ਛਪ ਗਏ ਸਨ। ਵੈਸੇ ਤਾਂ ਵਿਆਹ ਤਾਂ ਬਹੁਤ ਛੋਟਾ ਜਿਹਾ ਫੰਕਸ਼ਨ ਹੋਣਾ ਸੀ, ਬਹੁਤ ਖਾਸ ਰਿਸ਼ਤੇਦਾਰ ਬੁਲਾਏ ਗਏ ਸਨ। ਵਿਆਹ ਬਹੁਤ ਸਾਦੇ ਢੰਗ ਨਾਲ ਹੋਣਾ ਸੀ, ਪਰ ਫਿਰ ਵੀ ਇਹ ਖਬਰ ਸਾਰਿਆਂ ਵਿੱਚ ਫੈਲ ਗਈ ਸੀ ਕਿ ਅੰਜਨਾ ਦਾ ਵਿਆਹ ਹੋ ਰਿਹਾ ਹੈ ਅਤੇ ਇੱਕ ਅਜਿਹੇ ਆਦਮੀ ਨਾਲ ਜੋ ਆਪਣੀਆਂ 3 ਪਤਨੀਆਂ ਨੂੰ ਛੱਡ ਚੁੱਕਾ ਹੈ, ਉਹ ਵੀ ਆਪਣੇ ਬੁੱਢੇ ਬਾਪ ਕਾਰਨ। ਮੈਂ ਬਹੁਤ ਡਰੀ ਹੋਈ ਸੀ। ਮੈਂ ਵਾਹਿਗੁਰੂ ਅੱਗੇ ਅਰਦਾਸ ਕੀਤੀ, ਹੇ ਵਾਹਿਗੁਰੂ, ਮੇਰੇ ਘਰ ਨੂੰ ਬਚਾ ਲੈ, ਮੇਰੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲੈ। ਮੈਨੂੰ ਇੰਨੀ ਤਾਕਤ ਦਿਓ ਕਿ ਮੈਂ ਆਪਣੇ ਪਤੀ ਦਾ ਦਿਲ ਜਿੱਤ ਸਕਾਂ ਅਤੇ ਮੇਰਾ ਤਲਾਕ ਨਾ ਹੋਵੇ। ਮੈਂ ਵਿਆਹ ਕਰਵਾ ਕੇ ਸਹੁਰੇ ਘਰ ਚਲੀ ਗਈ। ਵਿਆਹ ਦੀ ਪਹਿਲੀ ਰਾਤ ਜਦੋਂ ਅਨਿਲ ਮੇਰੇ ਕੋਲ ਆਇਆ ਤਾਂ ਉਸ ਨੇ ਕਿਹਾ ਕਿ ਡਰਨ ਦੀ ਲੋੜ ਨਹੀਂ ਹੈ, ਅੱਜ ਤੋਂ ਤੁਸੀਂ ਇਸ ਘਰ ਦੇ ਮਾਲਿਕ ਹੋ। ਤੇਰੇ ਤੋਂ ਪਹਿਲਾਂ ਮੈਂ ਆਪਣੀਆਂ 3 ਪਤਨੀਆਂ ਨੂੰ ਤਲਾਕ ਦੇ ਦਿੱਤਾ। ਤੁਹਾਨੂੰ ਇਹ ਜ਼ਰੂਰ ਪਤਾ ਹੋਣਾ, ਪਰ ਜਿਸ ਕਾਰਨ ਮੈਂ ਉਹਨਾਂ 3 ਪਤਨੀਆਂ ਨੂੰ ਤਲਾਕ ਦਿੱਤਾ ਹੈ, ਮੈਂ ਚਾਹਾਂਗਾ ਕਿ ਤੁਸੀਂ ਉਹ ਕਾਰਨ ਪੈਦਾ ਨਾ ਕਰੋ। ਮੈਂ ਆਪਣੇ ਪਤੀ ਦੀ ਗੱਲ ਸੁਣ ਕੇ ਡਰ ਗਈ ਤੇ ਕਿਹਾ, ਤੁਸੀਂ ਉਹਨਾਂ 3 ਲੜਕੀਆਂ ਨੂੰ ਤਲਾਕ ਕਿਉਂ ਦਿੱਤਾ? ਮੇਰੀ ਗੱਲ ਸੁਣ ਕੇ ਅਨਿਲ ਦੁਖੀ ਹੋ ਗਏ ਤੇ ਫੇਰ ਕਹਿਣ ਲੱਗੇ, ਕਿਉਂਕਿ ਉਹਨਾਂ 3 ਲੜਕੀਆਂ ਨੇ ਮੇਰੇ ਪਾਪਾ ਦੇ ਨਾਲ। ਅੱਗੇ ਉਹ ਕੁਝ ਨਾ ਕਹਿ ਸਕੇ। ਥੋੜੀ ਦੇਰ ਬਾਅਦ ਉਸ ਨੇ ਕਿਹਾ, ਛੱਡੋ ਇਸ ਗੱਲ ਨੂੰ। ਮੈਂ ਆਪਣੇ ਪਤੀ ਅਨਿਲ ਨੂੰ ਕਿਹਾ, ਪਰ ਘੱਟੋ ਘੱਟ ਇਹ ਤਾਂ ਦੱਸੋ ਕਿ ਤੁਹਾਡੀਆਂ 3 ਪਤਨੀਆਂ ਤੁਹਾਨੂੰ ਕਿਉਂ ਛੱਡ ਗਈਆਂ? ਜੇ ਮੈਂ ਪਹਿਲਾਂ ਤੋਂ ਜਾਣਦੀ ਹੋਵਾਂਗੀ ਤਾਂ ਮੈਂ ਉਹ ਗਲਤੀਆਂ ਨਹੀਂ ਕਰਾਂਗੀ ਜੋ ਗਲਤੀਆਂ ਤੁਹਾਡੀਆਂ 3 ਪਤਨੀਆਂ ਨੇ ਕੀਤੀਆਂ। ਮੇਰੀ ਗੱਲ ਸੁਣ ਕੇ ਅਨਿਲ ਨੇ ਕਿਹਾ, ਹਾਂ ਤੁਸੀਂ ਸਹੀ ਹੋ, ਪਰ ਕੁਝ ਦਿਨ ਤੱਕ ਮੈਂ ਤੁਹਾਨੂੰ ਨਹੀਂ ਦੱਸਾਂਗਾ, ਕਿਉਂਕਿ ਪਹਿਲਾਂ ਮੈਂ ਤੁਹਾਡਾ ਰਹਿਣ ਸਹਿਣ ਦੇਖਣਾ ਚਾਹੁੰਦਾ ਹਾਂ। ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ। ਮੈਂ ਕਿਹਾ, ਤੁਸੀਂ ਕੀ ਗੱਲ ਕਰ ਰਹੇ ਹੋ? ਕੀ ਤੁਸੀਂ ਮੇਰੇ ਨਾਲ ਵਿਆਹ ਕਰਕੇ ਖੁਸ਼ ਨਹੀਂ ਹੋ? ਅਨਿਲ ਨੇ ਕਿਹਾ, ਦੇਖੋ ਇੱਕ ਗੱਲ ਹਮੇਸ਼ਾ ਯਾਦ ਰੱਖੋ, ਮੈਨੂੰ ਉਹ ਔਰਤਾਂ ਪਸੰਦ ਨਹੀਂ ਹਨ ਜੋ ਹਰ ਸਮੇਂ ਸ਼ਿਕਾਇਤ ਕਰਦੀਆਂ ਹਨ। ਜੇ ਤੁਸੀਂ ਮੇਰੇ ਨਾਲ ਰਹਿਣਾ ਹੈ ਤਾਂ ਪਿਆਰ ਨਾਲ ਰਹੋ। ਮੈਨੂੰ ਰੋਜ਼ ਦੇ ਲੜਾਈ ਝਗੜੇ ਪਸੰਦ ਨਹੀਂ ਹਨ ਅਤੇ ਜੋ ਵਿਅਕਤੀ ਵਿਆਹ ਕਰਦਾ ਹੈ ਉਸ ਨੂੰ ਪਿਆਰ ਤਾਂ ਹੋ ਹੀ ਜਾਂਦਾ ਹੈ। ਮੈਂ ਪਿਆਰ ਵਿੱਚ ਵਿਸ਼ਵਾਸ ਕਰਦਾ ਹਾਂ। ਤੁਸੀਂ ਮੇਰੀ ਪਤਨੀ ਹੋ ਅਤੇ ਮੈਂ ਤੁਹਾਨੂੰ ਪੂਰਾ ਸਤਿਕਾਰ ਅਤੇ ਪਿਆਰ ਦੇਵਾਂਗਾ, ਪਰ ਸਿਰਫ ਇੱਕ ਗੱਲ ਧਿਆਨ ਵਿੱਚ ਰੱਖੋ, ਮੇਰੇ ਪਿਤਾ ਦੇ ਕਿਸੇ ਕਿਸਮ ਦਾ ਦੋਸ਼ ਨਾ ਲਗਾਓ। ਮੇਰੇ ਪਿਤਾ ਵੱਲ ਉਂਗਲ ਉਠਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚ ਲਓ ਕਿ ਤੁਹਾਡੇ ਤੋਂ ਪਹਿਲਾਂ ਉਹ 3 ਕੁੜੀਆਂ ਜੋ ਮੇਰੀ ਜ਼ਿੰਦਗੀ ਵਿੱਚੋਂ ਜਾ ਚੁੱਕੀਆਂ ਹਨ, ਉਹ ਇਸੇ ਕਾਰਨ ਹੀ ਗਈਆਂ ਹਨ ਕਿਉਂਕਿ ਉਹਨਾਂ ਨੇ ਮੇਰੇ ਪਿਤਾ ਉੱਪਰ ਦੋਸ਼ ਲਗਾਇਆ ਸੀ, ਭਾਵੇਂ ਉਹ ਕੁੜੀਆਂ ਤੇਰੇ ਨਾਲੋਂ ਵੱਧ ਸੋਹਣੀਆਂ ਸਨ। ਅਨਿਲ ਦੀ ਗੱਲ ਸੁਣ ਕੇ ਮੈਂ ਕੁਝ ਨਾ ਕਹਿ ਸਕੀ। ਅਨਿਲ ਜੀ, ਤੁਸੀਂ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ? ਵਿਆਹ ਦੀ ਪਹਿਲੀ ਰਾਤ ਇਸ ਤਰ੍ਹਾਂ ਦੀਆਂ ਗੱਲਾਂ ਕੌਣ ਕਰਦਾ ਹੈ? ਮੇਰੇ ਪਤੀ ਨੇ ਮੇਰੇ ਕੋਲ ਬੈਠ ਕੇ ਕਿਹਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਸਿਰਫ ਇਹ ਸਮਝਾ ਰਿਹਾ ਹਾਂ ਕਿ ਪਿਤਾ ਜੀ ਦੀ ਇੱਜ਼ਤ ਕਰਨਾ ਤੇ ਪਿਤਾ ਜੀ ਵਿਰੁੱਧ ਇੱਕ ਸ਼ਬਦ ਵੀ ਨਾ ਬੋਲਣਾ। ਤੁਹਾਡੇ ਤੋਂ ਪਹਿਲਾਂ ਮੇਰੀਆਂ 3 ਪਤਨੀਆਂ ਨੂੰ ਵੀ ਇੰਨੀ ਚੰਗੀ ਤਰ੍ਹਾਂ ਨਹੀਂ ਸਮਝਾਇਆ ਸੀ ਤੇ ਮੈਂ ਤੁਹਾਨੂੰ ਬਹੁਤ ਸਪਸ਼ਟ ਰੂਪ ਵਿੱਚ ਸਮਝਾ ਰਿਹਾ ਹਾਂ। ਮੈਂ ਆਪਣੇ ਪਿਤਾ ਜੀ ਵਿਰੁੱਧ ਕੋਈ ਗੱਲ ਨਹੀਂ ਸੁਣਾਂਗਾ। ਅੱਜ ਤੱਕ ਮੇਰਾ ਘਰ ਨਹੀਂ ਬਸ ਸਕਿਆ, ਪਰ ਮੈਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਹੈ। ਮੈਂ ਸਿਰਫ ਆਪਣੇ ਪਿਤਾ ਨੂੰ ਖੁਸ਼ ਰੱਖਣਾ ਚਾਹੁੰਦਾ ਹਾਂ ਅਤੇ ਤੁਸੀਂ ਵੀ ਮੇਰੇ ਪਿਤਾ ਨੂੰ ਖੁਸ਼ ਰੱਖਣਾ। ਮੇਰੇ ਪਿਤਾ ਜੀ ਬਹੁਤ ਸਧਾਰਨ ਇਨਸਾਨ ਹਨ। ਤੁਸੀਂ ਉਹਨਾਂ ਦੀ ਸੇਵਾ ਕਰੋਗੇ। ਜੇ ਤੁਸੀਂ ਉਹਨਾਂ ਨਾਲ ਚੰਗੀ ਤਰ੍ਹਾਂ ਰਹੋਗੇ ਤਾਂ ਉਹ ਤੁਹਾਡੇ ਨਾਲ ਵੀ ਚੰਗੀ ਤਰ੍ਹਾਂ ਰਹਿਣਗੇ। ਇੱਕ ਗੱਲ ਹੋਰ ਯਾਦ ਰੱਖੋ, ਮੇਰੇ ਪਿਤਾ ਜੀ ਕੋਲ ਇੰਨਾ ਪੈਸਾ ਅਤੇ ਇੰਨੀ ਜਾਇਦਾਦ ਹੈ। ਜੇ ਤੁਸੀਂ ਮੇਰੇ ਪਿਤਾ ਜੀ ਨੂੰ ਖੁਸ਼ ਰੱਖੋਗੇ ਤਾਂ ਮੇਰੇ ਪਿਤਾ ਜੀ ਤੁਹਾਨੂੰ ਵੀ ਖੁਸ਼ ਰੱਖਣਗੇ, ਤੁਹਾਡੇ ਸਾਰੇ ਪਰਿਵਾਰ ਨੂੰ ਖੁਸ਼ ਰੱਖਣਗੇ। ਤੁਹਾਡੇ ਸਾਰੇ ਪਰਿਵਾਰ ਦੀ ਗਰੀਬੀ ਦੂਰ ਹੋ ਜਾਵੇਗੀ। ਅਨਿਲ ਦੀ ਗੱਲ ਮੈਨੂੰ ਸਮਝ ਆਉਣ ਲੱਗੀ ਸੀ। ਜੇ ਮੈਂ ਆਪਣੇ ਸਹੁਰੇ ਨੂੰ ਖੁਸ਼ ਰੱਖਦੀ ਤੇ ਉਹਨਾਂ ਦੀ ਸੇਵਾ ਕਰਦੀ ਤਾਂ ਮੇਰੇ ਛੋਟੇ ਭੈਣ ਅਤੇ ਭਰਾਵਾਂ ਦੀ ਜ਼ਿੰਦਗੀ ਬਣ ਜਾਵੇਗੀ। ਮੇਰੇ ਮਾਪੇ ਜੋ ਹੁਣ ਤੱਕ ਛੋਟੀਆਂ-ਛੋਟੀਆਂ ਖੁਸ਼ੀਆਂ ਲਈ ਤਰਸਦੇ ਰਹਿੰਦੇ ਸਨ, ਉਹਨਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਵੇਗਾ ਅਤੇ ਇਹ ਕੰਮ ਬਹੁਤਾ ਔਖਾ ਵੀ ਨਹੀਂ ਸੀ।
ਮੈਂ ਬਸ ਇੱਕ ਕੰਮ ਕਰਨਾ ਸੀ। ਮੈਂ ਆਪਣੇ ਸਹੁਰੇ ਨੂੰ ਆਪਣੇ ਪਿਤਾ ਦਾ ਦਰਜਾ ਦੇਣਾ ਸੀ। ਮੈਂ ਅਨਿਲ ਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਪਿਤਾ ਨੂੰ ਕਦੇ ਵੀ ਮੇਰੇ ਵੱਲੋਂ ਕੋਈ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ। ਮੇਰੀ ਗੱਲ ਸੁਣ ਕੇ ਅਨਿਲ ਖੁਸ਼ ਹੋ ਗਏ। ਉਹਨਾਂ ਨੇ ਮੇਰੀ ਉਂਗਲੀ ਵਿੱਚ ਹੀਰੇ ਦੀ ਮੁੰਦਰੀ ਪਾ ਦਿੱਤੀ। ਇੰਨੀ ਵੱਡੀ ਹੀਰੇ ਦੀ ਮੁੰਦਰੀ ਦੇਖ ਕੇ ਮੈਂ ਦੰਗ ਰਹਿ ਗਈ। ਅਨਿਲ ਨੇ ਕਿਹਾ, ਤੁਸੀਂ ਜਾਣਦੇ ਹੋ ਅੰਜਨਾ, ਇਹ ਮੁੰਦਰੀ ਮੈਨੂੰ ਕਿਸ ਨੇ ਲੈ ਕੇ ਦਿੱਤੀ ਹੈ? ਜਦੋਂ ਮੈਂ ਨਾ ਵਿੱਚ ਸਿਰ ਹਿਲਾਇਆ ਤਾਂ ਅਨਿਲ ਨੇ ਕਿਹਾ ਕਿ ਮੇਰੇ ਪਿਤਾ ਜੀ ਨੇ ਮੈਨੂੰ ਇਹ ਮੁੰਦਰੀ ਲੈ ਕੇ ਦਿੱਤੀ ਤੇ ਕਿਹਾ, ਦੁਲਹਨ ਨੂੰ ਪਹਿਲੀ ਰਾਤ ਨੂੰ ਪਾਇਓ। ਇਸ ਤੋਂ ਪਹਿਲਾਂ ਵੀ 3 ਵਾਰ ਮੇਰੇ ਪਿਤਾ ਜੀ ਨੇ ਮੈਨੂੰ ਅੰਗੂਠੀ ਲੈ ਕੇ ਦਿੱਤੀ ਸੀ। ਮੈਂ 3 ਤਲਾਕਾਂ ਦੇ ਬਾਅਦ ਵੀ ਉਹਨਾਂ ਤੋਂ ਅੰਗੂਠੀ ਵਾਪਸ ਨਹੀਂ ਲਈ। ਇਸ ਤੋਂ ਇਲਾਵਾ ਵੀ ਮੈਂ ਉਹਨਾਂ ਨੂੰ ਇੰਨੇ ਪੈਸੇ ਦਿੱਤੇ ਕਿ ਜੇ ਉਹ ਚਾਹਣ ਤਾਂ ਉਹ ਸਾਰੀ ਉਮਰ ਆਰਾਮ ਨਾਲ ਬੈਠ ਕੇ ਖਾ ਸਕਦੀਆਂ ਹਨ। ਅਸੀਂ ਅੱਜ ਤੱਕ ਕਿਸੇ ਨਾਲ ਬੇਇਨਸਾਫੀ ਨਹੀਂ ਕੀਤੀ। ਸਾਡਾ ਰੱਬ ਇਹ ਗੱਲ ਜਾਣਦਾ ਹੈ, ਪਰ ਸਾਡਾ ਸਮਾਜ ਅਜੇ ਮਾਮਲਿਆਂ ਵਿੱਚ ਔਰਤਾਂ ਦਾ ਹੀ ਸਾਥ ਦਿੰਦਾ ਹੈ, ਕਿਉਂਕਿ ਔਰਤਾਂ ਮਾਸੂਮ ਅਤੇ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਹਨ। ਹਾਲਾਂਕਿ ਮੇਰੀਆਂ 3 ਪਤਨੀਆਂ ਬਿਲਕੁਲ ਵੀ ਨਿਰਦੋਸ਼ ਨਹੀਂ ਸਨ। ਉਸ ਨੇ ਮੇਰੇ ਪਿਤਾ ਦੇ ਅਜੇ ਘਟੀਆ ਇਲਜ਼ਾਮ ਲਗਾਏ ਕਿ ਮੈਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਪਤੀ ਦੀਆਂ ਗੱਲਾਂ ਸੁਣ ਕੇ ਮੈਂ ਚੁੱਪ ਹੋ ਗਈ ਅਤੇ ਵੈਸੇ ਵੀ ਉਹ ਆਪਣੀਆਂ ਪਹਿਲੀਆਂ 3 ਪਤਨੀਆਂ ਬਾਰੇ ਬੁਰਾ ਭਲਾ ਬੋਲ ਰਹੇ ਸਨ। ਮੈਂ ਬਹੁਤੀ ਦੁਖੀ ਨਹੀਂ ਸੀ, ਸਗੋਂ ਇਸ ਗੱਲ ਦੀ ਖੁਸ਼ੀ ਸੀ ਕਿ ਉਸ ਨੂੰ ਆਪਣੀ ਕਿਸੇ ਵੀ ਪਹਿਲੀ ਪਤਨੀ ਨਾਲ ਕੋਈ ਹਮਦਰਦੀ ਜਾਂ ਪਿਆਰ ਨਹੀਂ ਸੀ। ਮੈਂ ਇਸ ਗੱਲ ਨੂੰ ਆਪਣੇ ਮਨ ਵਿੱਚ ਬਿਠਾ ਲਿਆ ਕਿ ਮੈਂ ਹਰ ਗੱਲ ਵਿੱਚ ਆਪਣੇ ਪਤੀ ਦਾ ਕਹਿਣਾ ਮੰਨਾਂਗੀ ਅਤੇ ਆਪਣੇ ਸਹੁਰੇ ਦੀ ਵੀ ਬਹੁਤ ਸੇਵਾ ਕਰਾਂਗੀ। ਫਿਰ ਮੇਰੇ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਮੇਰਾ ਸਹੁਰਾ ਬਿਨਾਂ ਦਰਵਾਜ਼ਾ ਖੜਕਾਏ ਕਮਰੇ ਅੰਦਰ ਆ ਗਿਆ। ਮੇਰੇ ਸਹੁਰੇ ਦੇ ਹੱਥ ਵਿੱਚ ਇੱਕ ਟਰੇ ਸੀ ਜਿਸ ਵਿੱਚ ਦੁੱਧ ਦੇ 2 ਗਲਾਸ ਰੱਖੇ ਹੋਏ ਸਨ। ਮੈਨੂੰ ਮੇਰੇ ਸਹੁਰੇ ਦੀ ਇਹ ਹਰਕਤ ਬਹੁਤ ਅਜੀਬ ਲੱਗੀ, ਪਰ ਅਨਿਲ ਨੇ ਝੱਟ ਉੱਠ ਕੇ ਕਿਹਾ, ਪਾਪਾ ਜੀ, ਤੁਸੀਂ ਤਕਲੀਫ ਕਿਉਂ ਕੀਤੀ? ਤੁਸੀਂ ਮੈਨੂੰ ਇੱਕ ਆਵਾਜ਼ ਮਾਰ ਦਿੰਦੇ, ਮੈਂ ਆਪ ਆ ਜਾਂਦਾ। ਮੇਰੇ ਸਹੁਰੇ ਜੀ ਮੇਰੇ ਵੱਲ ਦੇਖਦੇ ਹੋਏ ਕਿਹਾ, ਤੁਸੀਂ ਦੋਵੇਂ ਇਹ ਜ਼ਰੂਰ ਪੀ ਲੈਣਾ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਦੁੱਧ ਪੀਓਗੇ ਤਾਂ ਸਾਰੀ ਥਕਾਵਟ ਦੂਰ ਹੋ ਜਾਵੇਗੀ। ਅਨਿਲ ਨੇ ਕਿਹਾ, ਧੰਨਵਾਦ ਪਿਤਾ ਜੀ, ਤੁਸੀਂ ਸਾਡਾ ਕਿੰਨਾ ਖਿਆਲ ਰੱਖਦੇ ਹੋ। ਵਾਹਿਗੁਰੂ ਤੁਹਾਡਾ ਹੱਥ ਸਦਾ ਸਾਡੇ ਸਿਰ ਤੇ ਰੱਖੇ। ਇਹ ਕਹਿ ਕੇ ਅਨਿਲ ਨੇ ਗਲਾਸ ਮੇਰੇ ਵੱਲ ਵਧਾਇਆ ਤੇ ਇੱਕ ਗਲਾਸ ਆਪ ਹੀ ਫੜ ਲਿਆ। ਮੇਰਾ ਸਹੁਰਾ ਚਲਾ ਗਿਆ। ਅਨਿਲ ਨੇ ਗੇਟ ਬੰਦ ਕਰ ਦਿੱਤਾ ਅਤੇ ਆਪਣਾ ਦੁੱਧ ਖਿੜਕੀ ਵਿੱਚੋਂ ਹੇਠਾਂ ਸੁੱਟ ਦਿੱਤਾ। ਮੈਨੂੰ ਬਹੁਤ ਹੈਰਾਨੀ ਹੋਈ। ਮੈਂ ਪੁੱਛਿਆ, ਦੁੱਧ ਕਿਉਂ ਸੁੱਟਿਆ? ਅਨਿਲ ਕਹਿਣ ਲੱਗਾ, ਮੈਨੂੰ ਦੁੱਧ ਪਸੰਦ ਨਹੀਂ ਹੈ। ਦੁੱਧ ਪੀਣ ਨਾਲ ਮੇਰਾ ਜੀ ਖਰਾਬ ਹੋ ਜਾਂਦਾ ਹੈ, ਪਰ ਜਦੋਂ ਪਾਪਾ ਮੈਨੂੰ ਦੁੱਧ ਪੀਣ ਲਈ ਦਿੰਦੇ ਹਨ ਤਾਂ ਮੈਂ ਪਾਪਾ ਦਾ ਦਿਲ ਰੱਖਣ ਲਈ ਦੁੱਧ ਲੈ ਲੈਂਦਾ ਹਾਂ, ਪਰ ਪੀਂਦਾ ਨਹੀਂ। ਖਿੜਕੀ ਦੇ ਹੇਠਾਂ ਇੱਕ ਕਟੋਰਾ ਰੱਖਿਆ ਹੋਇਆ ਹੈ। ਮੈਂ ਇਸ ਵਿੱਚ ਦੁੱਧ ਪਾਉਂਦਾ ਹਾਂ ਤਾਂ ਇੱਕ ਬਿੱਲੀ ਆ ਕੇ ਦੁੱਧ ਪੀ ਜਾਂਦੀ ਹੈ। ਟੈਨਸ਼ਨ ਨਾ ਲਓ, ਤੁਸੀਂ ਬਿਨਾਂ ਚਿੰਤਾ ਕੀਤੇ ਇਹ ਦੁੱਧ ਪੀ ਸਕਦੇ ਹੋ, ਤੁਹਾਨੂੰ ਕੁਝ ਨਹੀਂ ਹੋਵੇਗਾ। ਅਨਿਲ ਦੀ ਗੱਲ ਸੁਣ ਕੇ ਮੈਂ ਡਰ ਗਈ। ਮੈਨੂੰ ਲੱਗਾ ਜਿਵੇਂ ਉਹ ਮੇਰੇ ਤੋਂ ਕੁਝ ਲੁਕੋ ਰਿਹਾ ਹੋਵੇ। ਮੈਂ ਕਈ ਵਾਰ ਪੁੱਛਿਆ, ਪਰ ਮੈਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਫਿਰ ਮੈਂ ਵੀ ਚੁੱਪ ਹੋ ਗਈ। ਅੱਜ ਸਾਡੀ ਸੁਹਾਗ ਰਾਤ ਸੀ ਅਤੇ ਮੈਂ ਅਨਿਲ ਦਾ ਮੂਡ ਖਰਾਬ ਨਹੀਂ ਕਰਨਾ ਚਾਹੁੰਦੀ ਸੀ। ਅਨਿਲ ਨੇ ਸਾਰੀ ਰਾਤ ਬਹੁਤ ਪਿਆਰ ਨਾਲ ਬਿਤਾਈ। ਮੈਨੂੰ ਇਹ ਸੋਚ ਕੇ ਬੜੀ ਹੈਰਾਨੀ ਹੋਈ ਕਿ ਉਹ ਤਿੰਨੋਂ ਕੁੜੀਆਂ ਇੰਨੇ ਪਿਆਰੇ ਪਤੀ ਨੂੰ ਛੱਡ ਕੇ ਕਿਉਂ ਚਲੀਆਂ ਗਈਆਂ ਸਨ। ਸਵੇਰੇ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਅਨਿਲ ਬੈੱਡ ਤੇ ਨਹੀਂ ਸੀ। ਸ਼ਾਇਦ ਉਹ ਬਾਥਰੂਮ ਵਿੱਚ ਸੀ, ਕਿਉਂਕਿ ਪਾਣੀ ਡਿੱਗਣ ਦੀ ਆਵਾਜ਼ ਆ ਰਹੀ ਸੀ। ਮੈਂ ਅਜੇ ਮੰਜੇ ਤੋਂ ਉੱਠੀ ਵੀ ਨਹੀਂ ਸੀ ਕਿ ਮੇਰੇ ਸਹੁਰੇ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਆ ਗਏ। ਮੈਂ ਬਹੁਤ ਅਜੀਬ ਮਹਿਸੂਸ ਕੀਤਾ, ਕਿਉਂਕਿ ਮੇਰੇ ਕੱਪੜੇ ਠੀਕ ਹਾਲ ਵਿੱਚ ਨਹੀਂ ਸਨ। ਮੈਂ ਜਲਦੀ ਉੱਠੀ ਤੇ ਦੁਪੱਟਾ ਚੁੱਕ ਕੇ ਮੋਢਿਆਂ ਤੇ ਰੱਖ ਲਿਆ। ਮੈਨੂੰ ਮੇਰੇ ਸਹੁਰੇ ਦੀ ਇਹ ਹਰਕਤ ਬਿਲਕੁਲ ਵੀ ਚੰਗੀ ਨਹੀਂ ਲੱਗੀ, ਪਰ ਮੈਂ ਚੁੱਪ ਰਹੀ ਕਿਉਂਕਿ ਮੈਂ ਨਵੀਂ ਵਿਆਹ ਕੇ ਆਈ ਸੀ। ਮੈਂ ਕੁਝ ਕਹਿ ਵੀ ਨਹੀਂ ਸਕਦੀ ਸੀ ਤੇ ਦੂਜੀ ਗੱਲ, ਉਹ ਮੇਰੇ ਪਤੀ ਦੇ ਪਿਤਾ ਸਨ ਅਤੇ ਉਹਨਾਂ ਨੇ ਸਾਫ਼-ਸਾਫ਼ ਕਿਹਾ ਸੀ ਕਿ ਮੇਰੇ ਪਿਤਾ ਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਾ ਦੇਣਾ। ਇਸ ਲਈ ਮੈਂ ਚੁੱਪ ਰਹੀ। ਮੇਰੇ ਸਹੁਰੇ ਨੇ ਅੱਗੇ ਵਧ ਕੇ ਮੇਰੇ ਸਿਰ ਤੇ ਲਾਲ ਚੁੰਨੀ ਰੱਖ ਦਿੱਤੀ ਤੇ ਕਿਹਾ, ਧੀਏ, ਇਹ ਬਹੁਤ ਸ਼ੁਭ ਚੁੰਨੀ ਹੈ। ਜੇਕਰ ਤੁਸੀਂ ਇਸ ਨੂੰ ਵਿਆਹ ਦੇ ਪੂਰੇ ਪਹਿਲੇ ਦਿਨ ਸਿਰ ਤੇ ਲੈ ਕੇ ਰੱਖੋਗੇ ਤਾਂ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ। ਤੁਹਾਡੇ ਜੀਵਨ ਵਿੱਚ ਕੋਈ ਦੁੱਖ ਨਹੀਂ ਹੋਵੇਗਾ। ਜਦੋਂ ਮੈਂ ਸਵੇਰੇ-ਸਵੇਰੇ ਆਪਣੀਆਂ ਦੂਸਰੀਆਂ ਨੂੰਹਾਂ ਨੂੰ ਚੁੰਨੀ ਦੇਣ ਆਇਆ ਤਾਂ ਉਹਨਾਂ ਨੇ ਮੈਨੂੰ ਬੇਇੱਜ਼ਤ ਕੀਤਾ।
ਅਤੇ ਮੈਨੂੰ ਕਮਰੇ ਤੋਂ ਬਾਹਰ ਕੱਢ ਦਿੱਤਾ ਅਤੇ ਇਹ ਚੁੰਨੀ ਲੈਣ ਤੋਂ ਇਨਕਾਰ ਕਰ ਦਿੱਤਾ। ਪਰ ਮੈਨੂੰ ਯਕੀਨ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ, ਕਿਉਂਕਿ ਤੁਸੀਂ ਮੈਨੂੰ ਬਹੁਤ ਹੀ ਸੰਸਕਾਰੀ ਬੱਚੀ ਲੱਗਦੀ ਹੋ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਪੁੱਤਰ ਨੂੰ ਖੁਸ਼ ਰੱਖੋਗੇ। ਇਹ ਕਹਿ ਕੇ ਮੇਰੇ ਸਹੁਰੇ ਨੇ ਮੇਰੇ ਮੱਥੇ ਨੂੰ ਚੁੰਮ ਲਿਆ। ਮੈਂ ਹੈਰਾਨ ਰਹਿ ਗਈ। ਹਾਲਾਂਕਿ ਜਦੋਂ ਵੀ ਕੋਈ ਪਿਤਾ ਆਪਣੀ ਧੀ ਨੂੰ ਪਿਆਰ ਕਰਨਾ ਚਾਹੁੰਦਾ ਹੈ, ਉਹ ਉਸ ਦੇ ਮੱਥੇ ਨੂੰ ਚੁੰਮ ਕੇ ਉਸ ਨੂੰ ਪਿਆਰ ਕਰਦਾ ਹੈ ਅਤੇ ਅਸ਼ੀਸ਼ ਦਿੰਦਾ ਹੈ। ਪਰ ਪਤਾ ਨਹੀਂ ਕਿਉਂ ਮੈਨੂੰ ਮੇਰੇ ਸਹੁਰੇ ਦਾ ਇਸ ਤਰ੍ਹਾਂ ਚੁੰਮਣਾ ਪਸੰਦ ਨਹੀਂ ਆਇਆ। ਅਨਿਲ ਇੰਨੇ ਸਮੇਂ ਵਿੱਚ ਬਾਹਰ ਗਏ ਤੇ ਪਿਤਾ ਜੀ ਨੂੰ ਕਹਿਣ ਲੱਗੇ, ਪਿਤਾ ਜੀ ਤੁਸੀਂ ਇੰਨੀ ਸਵੇਰੇ ਸਵੇਰੇ ਇੱਥੇ ਕਿਵੇਂ? ਤਾਂ ਉਹ ਕਹਿਣ ਲੱਗੇ ਕਿ ਮੈਂ ਇਹ ਲਾਲ ਚੁੰਨੀ ਤੁਹਾਡੀ ਪਤਨੀ ਨੂੰ ਦੇਣ ਆਇਆ ਹਾਂ। ਇਹ ਕਹਿ ਕੇ ਮੇਰਾ ਸਹੁਰਾ ਚਲਾ ਗਿਆ। ਅਨਿਲ ਨੇ ਕਿਹਾ, ਪਿਤਾ ਜੀ ਦੀ ਗੱਲ ਸੁਣੋ ਅਤੇ ਇਹ ਚੁੰਨੀ ਸਾਰਾ ਦਿਨ ਸਿਰ ਤੇ ਲੈ ਕੇ ਰੱਖੋ। ਮੈਂ ਅਨਿਲ ਨੂੰ ਕਹਿਣਾ ਚਾਹੁੰਦੀ ਸੀ ਕਿ ਮੈਨੂੰ ਤੁਹਾਡੇ ਪਿਤਾ ਦੀ ਮੈਨੂੰ ਚੁੰਮਣ ਵਾਲੀ ਗੱਲ ਪਸੰਦ ਨਹੀਂ ਆਈ, ਪਰ ਮੈਂ ਚੁੱਪ ਰਹੀ। ਇਸੇ ਤਰ੍ਹਾਂ ਮੇਰੇ ਵਿਆਹ ਨੂੰ 3 ਦਿਨ ਬੀਤ ਗਏ ਸਨ। ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਮੈਨੂੰ ਆਪਣੇ ਸਹੁਰੇ ਬਾਰੇ ਇੱਕ ਗੱਲ ਬਹੁਤ ਅਜੀਬ ਲੱਗਦੀ ਕਿ ਉਹ ਹਰ ਸਮੇਂ ਮੇਰੇ ਆਲੇ ਦੁਆਲੇ ਰਹਿ ਕੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ। ਮੈਨੂੰ ਮੇਰੇ ਸਹੁਰੇ ਦੀ ਇਹ ਗੱਲ ਪਸੰਦ ਨਹੀਂ ਸੀ ਜੋ ਉਹ ਮੈਨੂੰ ਬਹਾਨੇ ਨਾਲ ਬੁਲਾਉਂਦੇ ਸਨ। ਕਈ ਵਾਰ ਜਦੋਂ ਮੈਂ ਅਤੇ ਅਨਿਲ ਬਹੁਤ ਨੇੜੇ ਬੈਠੇ ਹੁੰਦੇ ਅਤੇ ਪਿਆਰ ਨਾਲ ਗੱਲਾਂ ਕਰ ਰਹੇ ਹੁੰਦੇ ਤਾਂ ਮੇਰਾ ਸਹੁਰਾ ਆਉਂਦਾ ਅਤੇ ਅਨਿਲ ਦਾ ਹੱਥ ਫੜ ਕੇ ਉਸ ਨੂੰ ਉਠਾਉਂਦਾ ਤੇ ਕਿਸੇ ਕੰਮ ਦੇ ਬਹਾਨੇ ਬਾਹਰ ਭੇਜ ਦਿੰਦਾ। ਮੈਨੂੰ ਆਪਣੇ ਸਹੁਰੇ ਦੀਆਂ ਇਹ ਸਾਰੀਆਂ ਗੱਲਾਂ ਪਸੰਦ ਨਹੀਂ ਸਨ। ਅਨਿਲ ਵਿਆਹ ਦੇ ਦੂਜੇ ਦਿਨ ਤੋਂ ਹੀ ਆਪਣੇ ਕੰਮ ਵਿੱਚ ਰੁੱਝ ਗਏ ਸਨ। ਹੁਣ ਹੌਲੀ ਹੌਲੀ ਮੈਂ ਇਸ ਘਰ ਨਾਲ ਜੁੜਨਾ ਸ਼ੁਰੂ ਕਰ ਦਿੱਤਾ। ਕਿਤੇ ਨਾ ਕਿਤੇ ਮੇਰੇ ਮਨ ਵਿੱਚ ਇਹ ਅਹਿਸਾਸ ਹੋਣ ਲੱਗਾ ਕਿ ਇਹ ਘਰ ਮੇਰਾ ਹੈ ਅਤੇ ਮੈਂ ਇਸ ਦੀ ਮਾਲਕਣ ਹਾਂ। ਮੈਂ ਪੂਰੇ ਦਿਲ ਨਾਲ ਘਰ ਦੀ ਸਫਾਈ ਕਰਦੀ, ਉਸ ਦੀ ਦੇਖਭਾਲ ਕਰਦੀ। ਇੱਕ ਗੱਲ ਹੋਰ ਸੀ, ਮੈਂ ਪੂਰੇ ਘਰ ਦੀ ਸਫਾਈ ਕਰਦੀ ਸੀ, ਪਰ ਮੇਰਾ ਸਹੁਰਾ ਮੈਨੂੰ ਆਪਣੇ ਕਮਰੇ ਦੀ ਸਫਾਈ ਨਹੀਂ ਕਰਨ ਦਿੰਦਾ। ਉਹ ਹਮੇਸ਼ਾ ਉਸ ਕਮਰੇ ਨੂੰ ਤਾਲਾ ਲਗਾ ਕੇ ਰੱਖਦੇ। ਜਦੋਂ ਸੌਣਾ ਹੁੰਦਾ ਤਾਂ ਹੀ ਉਹ ਤਾਲਾ ਖੋਲ੍ਹਦੇ ਅਤੇ ਅੰਦਰ ਜਾ ਕੇ ਸੋ ਜਾਂਦੇ। ਮੈਂ ਅਨਿਲ ਨੂੰ ਕਿਹਾ ਕਿ ਤੁਹਾਡੇ ਪਿਤਾ ਜੀ ਆਪਣੇ ਕਮਰੇ ਨੂੰ ਤਾਲਾ ਕਿਉਂ ਲਗਾ ਕੇ ਰੱਖਦੇ ਹਨ? ਮੈਂ ਸੋਚ ਰਹੀ ਸੀ ਕਿ ਪਿਤਾ ਜੀ ਦੇ ਕਮਰੇ ਵੀ ਸਾਫ਼ ਕਰ ਦਿਆਂ। ਮੇਰੀ ਗੱਲ ਸੁਣ ਕੇ ਅਨਿਲ ਥੋੜਾ ਫਿਕਰਮੰਦ ਹੋ ਗਏ। ਕਹਿਣ ਲੱਗਾ ਕਿ ਮੇਰੇ ਪਾਪਾ ਦੀ ਪੁਰਾਣੀ ਆਦਤ ਹੈ, ਉਹ ਪਸੰਦ ਨਹੀਂ ਕਰਦੇ ਕਿ ਕੋਈ ਵੀ ਉਹਨਾਂ ਦੇ ਕਮਰੇ ਵਿੱਚ ਆਵੇ। ਉਹਨਾਂ ਨੇ ਮੈਨੂੰ ਕਦੇ ਵੀ ਆਪਣੇ ਕਮਰੇ ਵਿੱਚ ਵੀ ਨਹੀਂ ਜਾਣ ਦਿੱਤਾ। ਤੁਸੀਂ ਇਸ ਤਰ੍ਹਾਂ ਕਰੋ, ਬਾਕੀ ਘਰ ਦੀ ਸਫਾਈ ਕਰੋ, ਪਾਪਾ ਦਾ ਕਮਰਾ ਜਿਵੇਂ ਹੈ ਛੱਡ ਦਿਓ। ਸਾਡੇ ਘਰ ਇੱਕ ਨੌਕਰਾਨੀ ਵੀ ਆਉਂਦੀ ਸੀ। ਉਸਨੇ ਮੈਨੂੰ ਇਹ ਵੀ ਕਿਹਾ ਸੀ ਕਿ ਵੱਡੇ ਮਾਲਕ ਕਦੇ ਵੀ ਆਪਣੇ ਕਮਰੇ ਦੀ ਸਫਾਈ ਨਹੀਂ ਕਰਵਾਉਂਦੇ। ਵਿਆਹ ਨੂੰ 1 ਮਹੀਨਾ ਬੀਤ ਗਿਆ, ਪਰ ਮੇਰੇ ਸਹੁਰੇ ਦਾ ਰਵੱਈਆ ਉਹੀ ਸੀ। ਉਹ ਹਮੇਸ਼ਾ ਆਪਣੇ ਕਮਰੇ ਨੂੰ ਤਾਲਾ ਲਗਾ ਕੇ ਰੱਖਦੇ ਸੀ। ਹੁਣ ਮੈਂ ਬਹੁਤ ਪਰੇਸ਼ਾਨ ਸੀ। ਮੈਨੂੰ ਲੱਗਾ ਜਿਵੇਂ ਕਮਰਾ ਬਹੁਤ ਗੰਦਾ ਹੋ ਗਿਆ ਹੋਵੇਗਾ। ਅਸੀਂ ਰੋਜ਼ ਆਪਣਾ ਘਰ ਸਾਫ਼ ਕਰਦੇ ਹਾਂ ਤਾਂ ਵੀ ਗੰਦਾ ਹੋ ਜਾਂਦਾ ਹੈ ਤੇ ਫਿਰ ਪਿਤਾ ਜੀ ਦਾ ਕਮਰਾ ਸਾਲਾਂ ਤੋਂ ਸਾਫ਼ ਨਹੀਂ ਹੋਇਆ। ਮੈਂ ਇਹੀ ਗੱਲ ਅਨਿਲ ਨੂੰ ਕਹੀ ਤਾਂ ਅਨਿਲ ਬੋਲੇ, ਹਾਂ ਤੁਸੀਂ ਸਹੀ ਕਿਹਾ ਹੈ, ਇੱਕ ਵਾਰ ਪਿਤਾ ਜੀ ਤੋਂ ਆਗਿਆ ਲੈ ਲਓ, ਉਹਨਾਂ ਨੇ ਕਿਹਾ ਤਾਂ ਕਮਰਾ ਸਾਫ਼ ਕਰ ਦਿਓ। ਜਿਵੇਂ ਹੀ ਮੈਂ ਅਨਿਲ ਦੀ ਇਜਾਜ਼ਤ ਲਈ ਤਾਂ ਆਪਣੇ ਸਹੁਰੇ ਦੇ ਕਮਰੇ ਵੱਲ ਚਲੀ ਗਈ। ਅੱਜ ਦਰਵਾਜ਼ਾ ਖੁੱਲ੍ਹਾ ਸੀ। ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੀ ਗਈ। ਮੇਰਾ ਸਹੁਰਾ ਮੰਜੇ ਤੇ ਬੈਠਾ ਸੀ। ਉਸ ਦੀ ਮੇਰੇ ਵੱਲ ਪਿੱਠ ਸੀ। ਮੈਂ ਕਮਰੇ ਵਿੱਚ ਇੱਕ ਨਜ਼ਰ ਮਾਰੀ। ਮੈਂ ਹੈਰਾਨ ਹੋ ਗਈ ਕਿਉਂਕਿ ਔਰਤਾਂ ਦੇ ਕੱਪੜੇ ਸਾਰੇ ਕਮਰੇ ਵਿੱਚ ਖਿਲਰੇ ਪਏ ਸਨ। ਜਦੋਂ ਮੈਂ ਡਰੈਸਿੰਗ ਟੇਬਲ ਵੱਲ ਦੇਖਿਆ ਤਾਂ ਉੱਥੇ ਮੇਕਅਪ ਦਾ ਸਮਾਨ ਅਤੇ ਕੁਝ ਚੂੜੀਆਂ ਵੀ ਪਈਆਂ ਸਨ। ਮੈਂ ਬਹੁਤ ਹੈਰਾਨ ਸੀ। ਪਤਾ ਨਹੀਂ ਕਿੰਨਾ ਸਮਾਂ ਹੋ ਗਿਆ ਸੀ ਮੇਰੀ ਸੱਸ ਨੂੰ ਗੁਜ਼ਰੇ ਹੋਏ। ਫਿਰ ਮੇਰੇ ਸਹੁਰੇ ਦੇ ਕਮਰੇ ਵਿੱਚ ਉਹ ਸਮਾਨ ਕਿਵੇਂ ਆਇਆ? ਮੇਰੇ ਪੈਰਾਂ ਦੀ ਆਵਾਜ਼ ਸੁਣ ਕੇ ਮੇਰੇ ਸਹੁਰਾ ਚੌਂਕ ਗਿਆ। ਉਹ ਮੈਨੂੰ ਦੇਖ ਕੇ ਘਬਰਾ ਗਿਆ ਤੇ ਕਹਿਣ ਲੱਗਾ, ਤੁਸੀਂ ਮੇਰੇ ਕਮਰੇ 'ਚ ਕੀ ਕਰ ਰਹੇ ਹੋ? ਚਲੋ ਬਾਹਰ ਚਲੀਏ। ਮੈਂ ਵੀ ਬਾਹਰ ਜਾ ਰਿਹਾ ਹਾਂ। ਮੇਰਾ ਚਾਹ ਪੀਣ ਦਾ ਦਿਲ ਕਰ ਰਿਹਾ ਹੈ। ਚਲੋ ਮੇਰੇ ਲਈ ਅਦਰਕ ਇਲਾਇਚੀ ਵਾਲੀ ਚਾਹ ਬਣਾ ਦਿਓ। ਮੈਂ ਕਿਹਾ, ਪਾਪਾ ਜੀ ਰੀਨਾ ਚਾਹ ਬਣਾ ਰਹੀ ਹੈ। ਚਲੋ ਤੁਸੀਂ ਜਾ ਕੇ ਚਾਹ ਪੀ ਲਓ, ਮੈਂ ਤੁਹਾਡਾ ਕਮਰਾ ਸਾਫ਼ ਕਰ ਦਿਆਂਗੀ। ਤੁਸੀਂ ਦੇਖਿਆ ਹੈ ਕਿ ਇਹ ਕਿੰਨਾ ਗੰਦਾ ਹੋ ਰਿਹਾ ਹੈ।
ਮੇਰੀ ਗੱਲ ਸੁਣ ਕੇ ਮੇਰਾ ਸਹੁਰਾ ਹੋਰ ਵੀ ਡਰ ਗਿਆ। ਤੇਜ਼ੀ ਨਾਲ ਬਾਹਰ ਆਇਆ ਅਤੇ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਲੈ ਆਇਆ ਅਤੇ ਜਲਦੀ ਨਾਲ ਆਪਣਾ ਦਰਵਾਜ਼ਾ ਬੰਦ ਕਰ ਦਿੱਤਾ। ਕਹਿਣ ਲੱਗੇ, ਧੀਏ, ਇਸ ਕਮਰੇ ਵਿੱਚ ਸਫਾਈ ਲਈ ਅਜਿਹਾ ਕੁਝ ਨਹੀਂ ਹੈ। ਮੈਂ ਹਰ ਰੋਜ਼ ਆਪਣਾ ਕਮਰਾ ਸਾਫ਼ ਕਰਦਾ ਹਾਂ। ਚਲੋ ਦੋਵੇਂ ਬਾਹਰ ਆਂਗਣ ਵਿੱਚ ਬੈਠ ਕੇ ਚਾਹ ਪੀ ਲੈਂਦੇ ਹਾਂ। ਦੇਖੋ ਮੌਸਮ ਕਿੰਨਾ ਸੁਹਾਨਾ ਹੈ। ਹੁਣ ਮੈਂ ਕੀ ਕਰ ਸਕਦੀ ਸੀ ਜਦੋਂ ਪਿਤਾ ਜੀ ਹੀ ਕਮਰੇ ਦੀ ਸਫਾਈ ਨਹੀਂ ਕਰਵਾਉਣਾ ਚਾਹੁੰਦੇ ਸਨ। ਮੈਂ ਬਾਹਰ ਆ ਗਈ। ਉਦੋਂ ਤੱਕ ਰੀਨਾ ਚਾਹ ਬਣਾ ਕੇ ਲੈ ਆਈ। ਮੈਂ ਚਾਹ ਪੀ ਕੇ ਆਪਣੇ ਕਮਰੇ ਵਿੱਚ ਚਲੀ ਗਈ। ਅਗਲੇ ਦਿਨ ਮੈਨੂੰ ਮੀਨਾ ਦਾ ਫੋਨ ਆਇਆ। ਅੰਜਨਾ ਕਿੱਥੇ ਸੀ? ਮੈਨੂੰ ਲੱਗਦਾ ਹੈ ਕਿ ਤੇਰੇ ਸਹੁਰੇ ਕੁੜੀਆਂ ਦਾ ਕਾਰੋਬਾਰ ਕਰਦੇ ਹਨ। ਨਹੀਂ, ਤੁਸੀਂ ਖੁਦ ਹੀ ਸੋਚੋ, ਤੁਹਾਡੇ ਪਤੀ ਦੀਆਂ ਤਿੰਨੋਂ ਪਿਛਲੀਆਂ ਪਤਨੀਆਂ ਕਿੱਥੇ ਗਈਆਂ? ਅੱਜ ਤੱਕ ਉਹਨਾਂ ਦਾ ਕੋਈ ਸੁਰਾਗ ਨਹੀਂ ਹੈ ਕਿ ਉਹ ਕਿੱਥੋਂ ਆਈਆਂ ਅਤੇ ਕਿੱਥੇ ਗਈਆਂ। ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ। ਯਕੀਨਨ ਤੇਰਾ ਸਹੁਰਾ ਕੁੜੀਆਂ ਦਾ ਕਾਰੋਬਾਰ ਕਰਦਾ ਹੈ, ਇਸੇ ਲਈ ਤੁਹਾਡਾ ਸਹੁਰਾ ਇੰਨਾ ਅਮੀਰ ਹੈ। ਮੀਨਾ ਦੀ ਗੱਲ ਸੁਣ ਕੇ ਮੈਨੂੰ ਵੀ ਮਹਿਸੂਸ ਹੋਣ ਲੱਗਾ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ। ਮੇਰੇ ਸਹੁਰੇ ਦੇ ਕਮਰੇ ਵਿੱਚ ਜ਼ਰੂਰ ਕੋਈ ਨਾ ਕੋਈ ਰਾਜ ਹੈ ਜੋ ਮੇਰੇ ਤੋਂ ਛੁਪਾਇਆ ਜਾ ਰਿਹਾ ਹੈ। ਉਹ ਸਾਰੇ ਔਰਤਾਂ ਦੇ ਕੱਪੜੇ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੇ। ਸਾਰੇ ਕੱਪੜੇ ਕੁੜੀਆਂ ਦੇ ਹੀ ਸਨ। ਯਕੀਨਨ ਮੇਰਾ ਸਹੁਰਾ ਕੁੜੀਆਂ ਨੂੰ ਕਮਰੇ ਵਿੱਚ ਬੰਦ ਰੱਖਦੇ ਸਨ। ਪਹਿਲਾਂ ਉਹਨਾਂ ਨਾਲ ਗਲਤ ਕੰਮ ਕਰੋ ਅਤੇ ਫਿਰ ਉਹਨਾਂ ਨੂੰ ਵੇਚ ਦਿੰਦੇ ਹਨ। ਇਹ ਸਵਾਲ ਮੇਰੇ ਮਨ ਵਿੱਚ ਆਉਂਦੇ ਹੀ ਮੇਰਾ ਸਾਰਾ ਸਰੀਰ ਕੰਬਣ ਲੱਗਾ। ਜੇ ਅਜਿਹਾ ਹੁੰਦਾ ਤਾਂ ਮੈਂ ਵੀ ਇਸ ਘਰ ਵਿੱਚ ਸੁਰੱਖਿਅਤ ਨਹੀਂ ਸੀ। ਮੈਂ ਸੋਚਿਆ ਸੀ ਕਿ ਮੈਂ ਆਪਣੇ ਸਹੁਰੇ ਦੀ ਸੱਚਾਈ ਜਾਣ ਕੇ ਰਹਾਂਗੀ ਤੇ ਜੇ ਮੇਰਾ ਸਹੁਰਾ ਕੋਈ ਗਲਤ ਕੰਮ ਕਰਦਾ ਹੋਇਆ ਤਾਂ ਮੈਂ ਖੁਦ ਉਹਨਾਂ ਨੂੰ ਪੁਲਿਸ ਤੋਂ ਗ੍ਰਿਫਤਾਰ ਕਰਵਾ ਦੇਵਾਂਗੀ। ਮੈਂ ਆਪਣੇ ਸਹੁਰੇ ਤੇ ਨਜ਼ਰ ਰੱਖਣ ਲੱਗੀ। ਹੁਣ ਇੱਕ ਰਾਤ ਜਦੋਂ ਮੈਂ ਪਾਣੀ ਲੈਣ ਬਾਹਰ ਆਈ ਤਾਂ ਮੇਰੇ ਸਹੁਰੇ ਦੇ ਕਮਰੇ ਦੀ ਲਾਈਟ ਚੱਲ ਰਹੀ ਸੀ ਅਤੇ ਮੇਰੇ ਸਹੁਰੇ ਦੇ ਕਮਰੇ ਵਿੱਚੋਂ ਕੁੜੀ ਦੇ ਰੋਣ ਦੀ ਆਵਾਜ਼ ਵੀ ਆ ਰਹੀ ਸੀ। ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ। ਮੇਰੇ ਸਹੁਰੇ ਦੇ ਕਮਰੇ ਵਿੱਚ ਕੋਈ ਕੁੜੀ ਜ਼ਰੂਰ ਹੋਵੇਗੀ। ਮੈਂ ਫਟਾਫਟ ਆਪਣੇ ਸਹੁਰੇ ਦੇ ਕਮਰੇ ਵੱਲ ਚਲੀ ਗਈ ਤੇ ਲੁਕ ਕੇ ਦੇਖਿਆ, ਉੱਥੇ ਕੁਝ ਵੀ ਨਹੀਂ ਸੀ। ਕੁੜੀ ਦੇ ਰੋਣ ਦੀ ਆਵਾਜ਼ ਵੀ ਬੰਦ ਹੋ ਗਈ ਸੀ। ਮੈਂ ਦਰਵਾਜ਼ਾ ਖੜਕਾਉਣ ਵਾਲੀ ਸੀ ਪਰ ਮੈਂ ਆਪਣੇ ਆਪ ਨੂੰ ਰੋਕ ਲਿਆ। ਮੈਂ ਸੋਚਿਆ ਕਿ ਸ਼ਾਇਦ ਮੇਰਾ ਸਹੁਰਾ ਗੁੱਸੇ ਹੋ ਜਾਵੇਗਾ ਅਤੇ ਅਨਿਲ ਕੋਲ ਮੇਰੇ ਬਾਰੇ ਸ਼ਿਕਾਇਤ ਕਰ ਦੇਵੇਗਾ ਵੀ ਮੈਂ ਰਾਤ ਨੂੰ ਪਰੇਸ਼ਾਨ ਕਰ ਰਹੀ ਹਾਂ। ਕਾਫੀ ਦੇਰ ਤੱਕ ਮੈਂ ਧਿਆਨ ਨਾਲ ਸੁਣਦੀ ਰਹੀ ਕਿ ਕੁੜੀ ਦੀ ਆਵਾਜ਼ ਮੁੜ ਆਉਂਦੀ ਹੈ ਜਾਂ ਨਹੀਂ, ਪਰ ਹੁਣ ਕੁੜੀ ਦੀ ਆਵਾਜ਼ ਨਹੀਂ ਆ ਰਹੀ ਸੀ। ਹੁਣ ਮੇਰੇ ਸਹੁਰੇ ਦੇ ਕਮਰੇ ਦੀਆਂ ਲਾਈਟਾਂ ਵੀ ਬੰਦ ਹੋ ਗਈਆਂ ਸਨ। ਮੈਂ ਵੀ ਆਪਣੇ ਕਮਰੇ ਵਿੱਚ ਆ ਗਈ। ਮੈਂ ਸਾਰੀ ਰਾਤ ਸ਼ਾਂਤੀ ਨਾਲ ਨਹੀਂ ਸੌਂ ਸਕੀ। ਅਨਿਲ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸ ਸਕਦੀ ਸੀ। ਅਨਿਲ ਕਹਿੰਦਾ ਕਿ ਤੂੰ ਵੀ ਦੂਜੀਆਂ ਕੁੜੀਆਂ ਵਾਂਗ ਮੇਰੇ ਪਿਤਾ ਦੇ ਦੋਸ਼ ਲਾਉਣ ਲੱਗ ਪਈ। ਇੱਕ ਵਾਰ ਜਦੋਂ ਮੈਂ ਰਸੋਈ ਵਿੱਚ ਖਾਣਾ ਬਣਾ ਰਹੀ ਸੀ ਤਾਂ ਮੇਰੇ ਹੱਥ ਤੇ ਗਰਮ ਤੇਲ ਪੈ ਗਿਆ ਤੇ ਮੇਰਾ ਹੱਥ ਸੜ ਗਿਆ। ਮੇਰੀ ਚੀਕ ਨਿਕਲ ਗਈ। ਮੇਰੀ ਚੀਕ ਸੁਣ ਕੇ ਮੇਰਾ ਸਹੁਰਾ ਭੱਜ ਕੇ ਰਸੋਈ ਵੱਲ ਆਇਆ। ਮੈਨੂੰ ਦਰਦ ਨਾਲ ਤੜਫਦੀ ਦੇਖ ਕੇ ਉਹ ਤੇਜ਼ੀ ਨਾਲ ਮੇਰੇ ਨੇੜੇ ਆਇਆ ਅਤੇ ਮੇਰਾ ਹੱਥ ਦੇਖਣ ਲੱਗਾ। ਉਸ ਸਮੇਂ ਮੇਰਾ ਸਹੁਰਾ ਮੇਰੇ ਇੰਨੇ ਨੇੜੇ ਸਨ ਕਿ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ। ਮੈਂ ਆਪਣੇ ਸਹੁਰੇ ਤੋਂ ਹੱਥ ਛੁਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਮੰਨੇ। ਉਹ ਮੈਨੂੰ ਰਸੋਈ ਵਿੱਚੋਂ ਬਾਹਰ ਲੈ ਆਏ। ਉਸ ਨੇ ਮੈਨੂੰ ਡਰਾਇੰਗ ਰੂਮ ਵਿੱਚ ਬਿਠਾਇਆ, ਝੱਟ ਬਰਫ਼ ਲੈ ਆਈ ਅਤੇ ਉੱਥੇ ਸੋਫੇ ਤੇ ਮੇਰੇ ਬਿਲਕੁਲ ਨੇੜੇ ਬੈਠ ਗਏ ਅਤੇ ਮੇਰੇ ਹੱਥ ਤੇ ਬਰਫ਼ ਲਗਾਉਣ ਲੱਗੇ। ਮੇਰਾ ਦਮ ਘੁੱਟਣ ਲੱਗਾ। ਸਹੁਰੇ ਅਤੇ ਨੂੰਹ ਵਿੱਚ ਇੱਕ ਦੂਰੀ ਹਮੇਸ਼ਾ ਹੋਣੀ ਚਾਹੀਦੀ ਹੈ। ਉਹ ਦੂਰੀ ਮੇਰੇ ਸਹੁਰੇ ਨੇ ਮਿਟਾ ਦਿੱਤੀ ਸੀ। ਉਹ ਮੇਰੇ ਬਹੁਤ ਨੇੜੇ ਸੀ। ਮੈਂ ਝੱਟ ਹੱਥ ਛੁਡਾ ਕੇ ਆਪਣੇ ਕਮਰੇ ਵਿੱਚ ਆ ਗਈ। ਮੇਰਾ ਸਹੁਰਾ ਮੈਨੂੰ ਪਿੱਛੇ ਤੋਂ ਬੁਲਾਉਂਦਾ ਰਿਹਾ। ਮੈਨੂੰ ਮੇਰੇ ਸਹੁਰੇ ਦੀਆਂ ਇਹ ਸਾਰੀਆਂ ਹਰਕਤਾਂ ਬਹੁਤ ਗਲਤ ਲੱਗੀਆਂ ਪਰ ਮੈਂ ਅਨਿਲ ਨੂੰ ਇਹ ਕਿਵੇਂ ਕਹਿ ਸਕਦੀ ਸੀ। ਦਿਨ ਇਸ ਤਰ੍ਹਾਂ ਬੀਤ ਰਹੇ ਸਨ। ਮੈਂ ਆਪਣੇ ਸਹੁਰੇ ਤੇ ਤਿੱਖੀ ਨਜ਼ਰ ਰੱਖ ਰਹੀ ਸੀ ਤਾਂ ਜੋ ਮੈਂ ਅਨਿਲ ਨੂੰ ਦਿਖਾ ਸਕਾਂ ਅਤੇ ਅਨਿਲ ਦੇ ਪਿਤਾ ਨੂੰ ਗਲਤ ਸਾਬਤ ਕਰ ਸਕਾਂ, ਪਰ ਅੱਜ ਤੱਕ ਮੇਰੇ ਹੱਥ ਵਿੱਚ ਅਜਿਹਾ ਕੋਈ ਸਬੂਤ ਨਹੀਂ ਆਇਆ ਸੀ। ਇੱਕ ਦਿਨ ਅਨਿਲ ਬਹੁਤ ਦੇਰ ਨਾਲ ਘਰ ਆਇਆ। ਉਂਝ ਅਨਿਲ ਰਾਤ ਨੂੰ 9 ਵਜੇ ਘਰ ਵਾਪਸ ਆ ਜਾਂਦਾ ਸੀ ਪਰ ਅੱਜ ਕਰੀਬ 11 ਵੱਜ ਚੁੱਕੇ ਸਨ ਅਤੇ ਅਨਿਲ ਅਜੇ ਵੀ ਨਹੀਂ ਆਇਆ ਸੀ। ਵੈਸੇ ਅਨਿਲ ਕੋਲ ਇੱਕ ਹੋਰ ਚਾਬੀ ਸੀ। ਉਹ ਗੇਟ ਖੋਲ੍ਹ ਕੇ ਘਰ ਦੇ ਅੰਦਰ ਆ ਸਕਦਾ ਸੀ ਪਰ ਫਿਰ ਵੀ ਮੈਂ ਅਨਿਲ ਦੀ ਉਡੀਕ ਕਰ ਰਹੀ ਸੀ। ਮੈਂ ਡਰਾਇੰਗ ਰੂਮ ਵਿੱਚ ਅਨਿਲ ਦਾ ਇੰਤਜ਼ਾਰ ਕਰਦੀ ਹੋਈ ਇੱਧਰ ਉੱਧਰ ਘੁੰਮ ਰਹੀ ਸੀ। ਮੇਰਾ ਸਹੁਰਾ ਆਪਣੇ ਕਮਰੇ ਵਿੱਚ ਸੀ। ਉਹਨਾਂ ਦੇ ਕਮਰੇ ਦੀ ਲਾਈਟ ਔਨ ਸੀ ਅਤੇ ਫਿਰ ਮੈਂ ਹੈਰਾਨ ਰਹਿ ਗਈ ਜਦੋਂ ਮੇਰੇ ਸਹੁਰੇ ਦੇ ਕਮਰੇ ਵਿੱਚੋਂ ਮੈਨੂੰ ਇੱਕ
ਕੁੜੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਪਹਿਲਾਂ ਤਾਂ ਇਹ ਆਵਾਜ਼ ਥੋੜੀ ਥੋੜੀ ਸੀ, ਕੁਝ ਦੇਰ ਬਾਅਦ ਇੱਕ ਉੱਚੀ ਚੀਕ ਸੁਣਾਈ ਦਿੱਤੀ। ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗਾ। ਮੇਰੇ ਸਹੁਰੇ ਦੇ ਕਮਰੇ ਵਿੱਚ ਕੋਈ ਕੁੜੀ ਸੀ ਅਤੇ ਉਹ ਮਦਦ ਮੰਗ ਰਹੀ ਸੀ। ਹੁਣ ਮੈਂ ਰੁਕ ਨਹੀਂ ਸਕਦੀ ਸੀ। ਮੈਂ ਆਪਣੇ ਸਹੁਰੇ ਦੇ ਕਮਰੇ ਦੇ ਦਰਵਾਜ਼ੇ ਨੂੰ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗੀ, ਪਰ ਮੇਰੇ ਸਹੁਰੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਹਾਂ, ਕੁੜੀ ਦੇ ਰੋਣ ਦੀ ਥੋੜੀ-ਥੋੜੀ ਆਵਾਜ਼ ਅਜੇ ਵੀ ਆ ਰਹੀ ਸੀ। ਜਦੋਂ ਮੇਰੇ ਸਹੁਰੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਮੈਂ ਖਿੜਕੀ ਨੂੰ ਜ਼ੋਰਦਾਰ ਧੱਕਾ ਦਿੱਤਾ ਤੇ ਖਿੜਕੀ ਖੁੱਲ੍ਹ ਗਈ। ਸਾਹਮਣੇ ਇੱਕ ਕੁੜੀ ਬੈਠੀ ਗੋਡਿਆਂ ਵਿੱਚ ਮੂੰਹ ਲੁਕੋ ਕੇ ਰੋ ਰਹੀ ਸੀ। ਮੈਂ ਝੱਟ ਖਿੜਕੀ ਵਿੱਚੋਂ ਛਾਲ ਮਾਰ ਕੇ ਅੰਦਰ ਚਲੀ ਗਈ। ਅਨਿਲ ਵੀ ਘਰ ਆ ਗਏ ਸਨ। ਜਦੋਂ ਉਹਨਾਂ ਨੇ ਮੈਨੂੰ ਮੇਰੇ ਸਹੁਰੇ ਦੇ ਕਮਰੇ ਵਿੱਚ ਖਿੜਕੀ ਰਾਹੀਂ ਦਾਖਲ ਹੁੰਦੇ ਦੇਖਿਆ ਤਾਂ ਉਹ ਵੀ ਮੇਰੇ ਸਹੁਰੇ ਦੇ ਕਮਰੇ ਵੱਲ ਆ ਗਏ। ਉਦੋਂ ਤੱਕ ਮੈਂ ਅੰਦਰ ਜਾ ਕੇ ਕਮਰਾ ਅੰਦਰੋਂ ਖੋਲ੍ਹ ਚੁੱਕੀ ਸੀ। ਮੇਰਾ ਸਹੁਰਾ ਕਮਰੇ ਵਿੱਚ ਨਹੀਂ ਸੀ। ਅਜੇ ਵੀ ਗੋਡਿਆਂ ਵਿੱਚ ਸਿਰ ਲੁਕੋ ਕੇ ਉਹ ਕੁੜੀ ਰੋ ਰਹੀ ਸੀ। ਸਾਹਮਣੇ ਦਾ ਨਜ਼ਾਰਾ ਦੇਖ ਕੇ ਅਨਿਲ ਵੀ ਹੈਰਾਨ ਰਹਿ ਗਿਆ। ਮੈਂ ਝੱਟ ਉਸ ਕੁੜੀ ਕੋਲ ਗਈ ਅਤੇ ਉਸ ਨੂੰ ਦਿਲਾਸਾ ਦੇਣ ਲੱਗੀ, ਪਰ ਜਦੋਂ ਉਸ ਕੁੜੀ ਨੇ ਆਪਣਾ ਮੂੰਹ ਉੱਪਰ ਚੁੱਕਿਆ ਤਾਂ ਮੇਰੇ ਅਤੇ ਅਨਿਲ ਦੇ ਸਿਰ ਤੇ ਅਸਮਾਨ ਡਿੱਗ ਗਿਆ। ਉਹ ਕੋਈ ਕੁੜੀ ਨਹੀਂ ਸੀ, ਸਗੋਂ ਮੇਰਾ ਸਹੁਰਾ ਸੀ, ਜਿਸ ਨੇ ਵਿਆਹ ਵਾਲਾ ਜੋੜਾ ਪਾਇਆ ਹੋਇਆ ਸੀ। ਉਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੋਇਆ ਸੀ ਜਿਵੇਂ ਉਹ ਕੋਈ ਨਵੀਂ ਦੁਲਹਨ ਹੋਵੇ, ਅਤੇ ਕੋਈ ਕੁੜੀ ਦੀ ਆਵਾਜ਼ ਕੱਢ ਰਹੇ ਸਨ ਤੇ ਕੁਝ ਬੋਲ ਰਹੇ ਸਨ। ਉਹ ਇਸ ਤਰ੍ਹਾਂ ਰੋ ਰਹੇ ਸਨ ਜਿਵੇਂ ਉਹਨਾਂ ਨਾਲ ਕੋਈ ਬਹੁਤ ਵੱਡੀ ਬੇਇਨਸਾਫੀ ਹੋਈ ਹੋਵੇ ਤੇ ਕਿਸੇ ਨੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਹੋਵੇ। ਆਪਣੇ ਪਿਤਾ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਅਨਿਲ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਝੱਟ ਆਪਣੇ ਪਿਤਾ ਕੋਲ ਗਏ, ਉਹਨਾਂ ਨੂੰ ਚੁੱਪ ਕਰਾਇਆ। ਇਸ ਸਮੇਂ ਤੱਕ ਮੇਰਾ ਸਹੁਰਾ ਬੇਹੋਸ਼ ਹੋ ਗਿਆ ਸੀ। ਅਨਿਲ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਏ। ਡਾਕਟਰਾਂ ਨੇ ਦੱਸਿਆ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ ਕਿਸੇ ਗੱਲ ਨੂੰ ਲੈ ਕੇ ਬਹੁਤ ਤਣਾਅ ਵਿੱਚ ਹਨ। ਅਤੇ ਫਿਰ ਅਨਿਲ ਨੇ ਮੈਨੂੰ ਇੱਕ ਪੁਰਾਣੀ ਕਹਾਣੀ ਸੁਣਾਈ, ਜਿਸ ਨਾਲ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਅਨਿਲ ਨੇ ਦੱਸਿਆ ਕਿ ਅਸੀਂ 2 ਭੈਣ ਭਰਾ ਸੀ। ਮੇਰੀ ਭੈਣ ਮੈਥੋਂ 2 ਸਾਲ ਵੱਡੀ ਸੀ। ਮੇਰੀ ਮਾਂ ਸਾਨੂੰ ਬਚਪਨ ਵਿੱਚ ਹੀ ਭੈਣ ਤੇ ਭਰਾ ਨੂੰ ਛੱਡ ਕੇ ਚਲੀ ਗਈ ਸੀ। ਸਾਨੂੰ ਮੇਰੇ ਪਿਤਾ ਨੇ ਹੀ ਮਾਂ ਅਤੇ ਪਿਤਾ ਦੋਵਾਂ ਦਾ ਪਿਆਰ ਦਿੱਤਾ ਸੀ। ਸਾਡੇ ਕਰਕੇ ਦੂਜਾ ਵਿਆਹ ਵੀ ਨਹੀਂ ਕਰਵਾਇਆ। ਹੌਲੀ-ਹੌਲੀ ਅਸੀਂ ਦੋਵੇਂ ਭੈਣ ਭਰਾ ਵੱਡੇ ਹੋ ਗਏ ਤੇ ਫਿਰ ਮੇਰੀ ਭੈਣ ਦਾ ਰਿਸ਼ਤਾ ਵੀ ਹੋ ਗਿਆ। ਮੇਰੀ ਭੈਣ ਦਾ ਵਿਆਹ ਹੋਣ ਵਾਲਾ ਸੀ। ਉਸ ਰਾਤ ਮੇਰੀ ਭੈਣ ਆਪਣੇ ਕਮਰੇ ਵਿੱਚ ਦੁਲਹਨ ਦੇ ਕੱਪੜੇ ਪਾ ਕੇ ਬੈਠੀ ਸੀ। ਉਸ ਦੀ ਬਰਾਤ ਆਉਣ ਵਾਲੀ ਸੀ। ਫਿਰ ਕੁਝ ਡਾਕੂ ਸਾਡੇ ਘਰ ਆ ਗਏ। ਉਹ ਸ਼ਾਇਦ ਪੁਲਿਸ ਤੋਂ ਬਚਣ ਲਈ ਸਾਡੇ ਘਰ ਲੁਕਣ ਆਏ ਸੀ। 5 ਡਾਕੂ ਸਨ ਅਤੇ ਮੇਰੀ ਭੈਣ ਦੇ ਕਮਰੇ ਵਿੱਚ ਦਾਖਲ ਹੋ ਗਏ। ਉਸ ਸਮੇਂ ਮੇਰੇ ਪਿਤਾ ਜੀ ਮੇਰੀ ਭੈਣ ਦੇ ਕੋਲ ਬੈਠੇ ਸਨ, ਉਸ ਨਾਲ ਗੱਲ ਕਰ ਰਹੇ ਸਨ। ਮੇਰੇ ਪਿਤਾ ਜੀ ਮੇਰੀ ਭੈਣ ਨੂੰ ਬਹੁਤ ਪਿਆਰ ਕਰਦੇ ਸਨ। ਪਾਪਾ ਨੂੰ ਲੱਗਾ ਕਿ ਮੇਰੀ ਧੀ ਮੈਨੂੰ ਛੱਡ ਕੇ ਜਾ ਰਹੀ ਹੈ, ਇਸ ਲਈ ਉਹ ਕੁਝ ਗੱਲ ਕਰ ਰਹੇ ਸਨ। ਜਦੋਂ ਉਸ ਸਮੇਂ ਲੁਟੇਰੇ ਕਮਰੇ ਵਿੱਚ ਦਾਖਲ ਹੋਏ। ਲੁਟੇਰੇ ਨੇ ਮੇਰੇ ਪਿਤਾ ਨੂੰ ਬਾਥਰੂਮ ਵਿੱਚ ਬੰਦ ਕਰਕੇ ਮੇਰੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੇਰੀ ਭੈਣ ਚੀਕਾਂ ਮਾਰਦੀ ਰਹੀ, ਪਰ ਬਾਹਰ ਡੀਜੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਕਿਸੇ ਨੇ ਮੇਰੀ ਭੈਣ ਅਤੇ ਪਿਤਾ ਦੀਆਂ ਚੀਕਾਂ ਦੀ ਆਵਾਜ਼ ਨਹੀਂ ਸੁਣੀ। 5 ਡਾਕੂ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਕਰਕੇ ਚਲੇ ਗਏ। ਜਦੋਂ ਮੇਰੇ ਪਿਤਾ ਨੇ ਆਪਣੀ ਧੀ ਨੂੰ ਇਸ ਹਾਲਤ ਵਿੱਚ ਦੇਖਿਆ, ਇਸ ਲਈ ਉਸੇ ਸਮੇਂ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ। ਚੀਕ ਮਾਰਨ ਤੋਂ ਬਾਅਦ ਉਹ ਬੇਹੋਸ਼ ਹੋ ਗਏ। ਇਹ ਸਦਮਾ ਕਿਸੇ ਵੀ ਬਾਪ ਲਈ ਬਹੁਤ ਵੱਡਾ ਹੈ। ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੀ ਧੀ ਦੀ ਸਾਖ ਨੂੰ ਦਾਗਦਾਰ ਕੀਤਾ ਜਾਵੇ। ਮੇਰੀ ਭੈਣ ਨੂੰ ਡਾਕਟਰ ਕੋਲ ਲਿਜਾਇਆ ਗਿਆ, ਪਰ ਮੇਰੀ ਭੈਣ ਨੂੰ ਬਚਾਇਆ ਨਹੀਂ ਜਾ ਸਕਿਆ। ਹੌਲੀ-ਹੌਲੀ ਮੇਰੇ ਪਿਤਾ ਜੀ ਕੁਝ ਠੀਕ ਤਾਂ ਹੋ ਗਏ, ਪਰ ਮੇਰੀ ਭੈਣ ਵਾਲੇ ਹਾਦਸੇ ਨੇ ਉਹਨਾਂ ਦੇ ਮਨ ਤੇ ਬਹੁਤ ਪ੍ਰਭਾਵ ਪਾਇਆ ਸੀ। ਹੌਲੀ-ਹੌਲੀ ਉਹ ਮਾਨਸਿਕ ਰੋਗੀ ਹੋ ਗਿਆ। ਮੈਂ ਆਪਣੇ ਪਿਤਾ ਨੂੰ ਕਦੇ ਦੁਖੀ ਨਹੀਂ ਕਰ ਸਕਦਾ ਸੀ। ਉਹਨਾਂ ਦੀ ਹਰ ਗੱਲ ਮੰਨ ਲੈਂਦਾ ਸੀ। ਅਨਿਲ ਦੀ ਗੱਲ ਸੁਣ ਕੇ ਹੁਣ ਸਾਰਾ ਭੇਤ ਸੁਲਝ ਗਿਆ ਸੀ। ਮੇਰਾ ਸਹੁਰਾ ਗਲਤ ਨਹੀਂ ਸੀ। ਜਦੋਂ ਵੀ ਮੇਰਾ ਸਹੁਰਾ ਮੇਰੇ ਨੇੜੇ ਆਉਂਦੇ ਸਨ, ਉਹ ਮੈਨੂੰ ਆਪਣੀ ਧੀ ਸਮਝਦੇ ਸਨ। ਉਹ ਮੇਰੇ ਵਿੱਚ ਆਪਣੀ ਮਰੀ ਹੋਈ ਧੀ ਨੂੰ ਦੇਖਦੇ ਸਨ। ਮੇਰੇ ਸਹੁਰੇ ਦਾ ਆਪਣੀਆਂ ਦੂਸਰੀਆਂ 3 ਨੂੰਹਾਂ ਨਾਲ ਵੀ ਇਹੋ ਰਵੱਈਆ ਰਿਹਾ ਹੋਣਾ, ਅਤੇ ਉਹਨਾਂ ਨੇ ਮੇਰੇ ਸਹੁਰੇ ਦੇ ਇਸ ਰਵੱਈਏ ਨੂੰ ਗਲਤ ਰੰਗ ਦਿੱਤਾ ਹੋਵੇਗਾ। ਜਿਵੇਂ ਕਿ ਇੱਕ ਵਾਰ ਮੈਂ ਵੀ ਆਪਣੇ ਸਹੁਰੇ ਬਾਰੇ ਗਲਤ ਸੋਚਿਆ ਸੀ, ਪਰ ਮੇਰੇ ਸਹੁਰੇ ਦੀ ਨੀਅਤ ਗਲਤ ਨਹੀਂ ਸੀ। ਉਹ ਆਪਣੀ ਧੀ ਨੂੰ ਆਪਣੀਆਂ ਨੂੰਹਾਂ ਵਿੱਚ ਦੇਖਦਾ ਸੀ, ਇਸ ਲਈ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੀਆਂ ਨੂੰਹਾਂ ਦੇ ਕੋਲ ਰਹਿਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ। ਕਦੇ-ਕਦੇ ਉਸ ਨੂੰ ਆਪਣੇ ਪੁੱਤਰ ਅਨਿਲ ਵਿੱਚ ਵੀ ਡਾਕੂ ਨਜ਼ਰ ਆਉਂਦਾ ਸੀ, ਇਸੇ ਲਈ ਉਹ ਅਨਿਲ ਨੂੰ ਆਪਣੀ ਨੂੰਹ ਤੋਂ ਦੂਰ ਕਰ ਦਿੰਦੇ ਸੀ।
ਅਜਿਹਾ ਕਰਕੇ ਉਹ ਆਪਣੀ ਬੇਟੀ ਦੀ ਰੱਖਿਆ ਕਰਦਾ ਸੀ। ਜਦੋਂ ਅਨਿਲ ਨੂੰ ਸਾਰੀ ਸੱਚਾਈ ਦਾ ਪਤਾ ਲੱਗਾ ਤਾਂ ਅਨਿਲ ਨੂੰ ਵੀ ਬਹੁਤ ਪਛਤਾਵਾ ਹੋਇਆ। ਅਨਿਲ ਨੇ ਮੈਨੂੰ ਦੱਸਿਆ ਕਿ ਉਹਨਾਂ 3 ਲੜਕੀਆਂ ਨਾਲ ਬਹੁਤ ਗਲਤ ਕੀਤਾ ਹੈ। ਕਾਸ਼ ਮੈਨੂੰ ਸੱਚਾਈ ਪਹਿਲਾਂ ਪਤਾ ਲੱਗ ਜਾਂਦੀ ਤਾਂ ਉਹਨਾਂ 3 ਕੁੜੀਆਂ ਦੀ ਜ਼ਿੰਦਗੀ ਬਰਬਾਦ ਨਾ ਹੁੰਦੀ। ਮੈਂ ਪਹਿਲਾਂ ਹੀ ਆਪਣੇ ਪਿਤਾ ਦਾ ਇਲਾਜ ਕਰਵਾ ਲਿਆ ਹੁੰਦਾ। ਪਰ ਮੇਰਾ ਮੰਨਣਾ ਇਹ ਹੈ ਕਿ ਸਭ ਤੁਹਾਡੀ ਹਿੰਮਤ ਕਰਕੇ ਹੋਇਆ ਹੈ। ਜੇਕਰ ਤੁਸੀਂ ਉਸ ਰਾਤ ਹਿੰਮਤ ਨਾ ਦਿਖਾਈ ਹੁੰਦੀ ਤੇ ਖਿੜਕੀ ਤੋਂ ਛਾਲ ਮਾਰ ਕੇ ਅੰਦਰ ਨਾ ਆਉਂਦੇ ਤਾਂ ਇਹ ਹਕੀਕਤ ਕਦੇ ਵੀ ਸਾਹਮਣੇ ਨਾ ਆਉਂਦੀ। ਹੁਣ ਮੇਰੇ ਸਹੁਰੇ ਦਾ ਚੰਗੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਉਮੀਦ ਜਤਾਈ ਹੈ ਕਿ ਮੇਰਾ ਸਹੁਰਾ ਜੀ ਬਹੁਤ ਜਲਦੀ ਠੀਕ ਹੋ ਜਾਣਗੇ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।